ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਮ ਵਿਚਾਰ ਕਰ ਕੈ ਪ੍ਰਸਥਾਨਾ ਪਹੁੰਚਿਓ ਸ਼੍ਰੀ ਗੁਰ ਅਮਰ ਸਥਾਨਾ। ਇਮ ਵਿਚਾਰ ਕਰ ਕੈ ਪ੍ਰਸਥਾਨਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਸਿਰ ਝੁਕਾਓ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਗੁਰੂ ਜੀ ਦੀ ਮਿਹਰ ਦੇ ਨਾਲ ਪ੍ਰਾਪਤ ਹੋਇਆ। ਸੋ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਚੱਲ ਰਹੀ ਹੈ। ਸੱਚਨ ਸੱਚ ਸਿੱਖ ਨੂੰ ਮਹਾਰਾਜ ਨੇ ਬੜਾ ਹੀ ਨਿਹਾਲ ਕੀਤਾ। ਭਾਈ ਸੱਚਨ ਸੱਚ ਜੀ ਨੇ ਬਹੁਤੇ ਹੀ ਨੀਵੇਂ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਅਤੇ ਸੇਵਾ ਕਰਕੇ ਬਹੁਤੀ ਵੱਡੀ ਬਖਸ਼ਿਸ਼ ਪ੍ਰਾਪਤ ਕੀਤੀ ਜੀ। ਸੱਚਨ ਸੱਚ ਜੀ ਆਪ ਤੇ ਨਿਹਾਲ ਹੋਏ ਹੈ। ਅੱਜ ਤੱਕ ਉਹਨਾਂ ਦੇ ਖਾਨਦਾਨ ਨੂੰ ਮਿਲ ਕੇ ਗੁਰੂ ਜੀ ਦੇ ਚਰਨਾਂ ਦੀਆਂ ਖੜਾਵਾਂ ਸਪਰਸ਼ ਕਰਕੇ ਅੱਜ ਤੱਕ ਲੋਕ ਨਿਹਾਲ ਹੋ ਰਹੇ ਹੈ। ਇਹ ਪ੍ਰਸੰਗ ਤੁਸੀਂ ਪਿਛਲੇ ਦਿਨਾਂ ਵਿੱਚ ਸਰਵਣ ਕੀਤਾ। ਹਜ਼ੂਰ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਬੈਠੇ ਹੈ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਅਤੇ ਗੁਰੂ ਸਾਹਿਬ ਲੰਗਰ ਨੂੰ ਬੜੀ ਤਰਜੀਹ ਦਿੰਦੇ ਸਨ। ਆਪ ਤੇ ਲੂਣ ਤੋਂ ਬਿਨਾਂ ਦਲੀਆ ਮਹਾਰਾਜ ਛਕਦੇ ਸਨ, ਪਰ ਸਿੱਖ ਸੰਗਤਾਂ ਵਾਸਤੇ ਬਹੁਤ ਬਹੁਤ ਵਧੀਆ ਤਰ੍ਹਾਂ ਦੇ ਲੰਗਰ ਜਿਹੜੇ ਆ ਨਾ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਿਆਰ ਕਰਵਾਉਣੇ ਅਤੇ ਛਕਣੇ ਜੀ। ਗੁਰੂ ਜੀ ਦੇ ਲੰਗਰ ਦੀ ਬਹੁਤੀ ਵੱਡੀ ਵਿਸ਼ੇਸ਼ਤਾ ਇਹ ਸੀਗੀ ਭਾਵੇਂ ਕੋਈ ਰੋਜ਼ ਆਵੇ ਅਤੇ ਤਿੰਨੋਂ ਸਮੇਂ ਆਵੇ। ਗੁਰੂ ਸਾਹਿਬ ਜੀ ਨੇ ਸੇਵਾਦਾਰਾਂ ਨੂੰ ਸਮਝਾਇਆ ਸੀ ਭਾਈ ਕਿਸੇ ਵੀ ਭੁੱਖੇ ਨੂੰ ਇਹ ਨਹੀਂ ਕਹਿਣਾ ਵੀ ਤੂੰ ਕੱਲ੍ਹ ਵੀ ਆਇਆ ਸਾਂ ਅਤੇ ਅੱਜ ਨਹੀਂ ਲੰਗਰ ਮਿਲਣਾ ਜੀ। ਮਾਫ਼ ਕਰਿਓ ਹੁਣ ਵੀ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਢਿਲਾਈ ਆਉਣ ਕਰਕੇ ਹੁਣ ਵੀ ਕਿਤੇ ਨਾ ਕਿਤੇ ਗੁਰਦੁਆਰਿਆਂ ਵਿੱਚ ਇਹ ਕਹਿ ਦਿੱਤਾ ਜਾਂਦਾ ਵੀ ਭਾਈ ਤੂੰ ਰੋਜ਼ ਹੀ ਲੰਗਰ ਛਕਣ ਆ ਜਾਂਦਾ। ਪਰ ਗੁਰੂ ਸਾਹਿਬ ਜੀ ਨੇ ਮਨ੍ਹਾ ਕੀਤਾ ਸੀ ਵੀ ਕਿਸੇ ਨੇ ਵੀ ਆਪਣੀ ਰਸਨਾ ਤੋਂ ਇਹ ਸ਼ਬਦ ਨਹੀਂ ਕਹਿਣਾ ਵੀ ਤੂੰ ਰੋਜ਼ ਲੰਗਰ ਛਕਣ ਆਇਆ। ਇੱਕ ਦਿਨ ਵਿੱਚ ਭਾਵੇਂ ਕੋਈ 5 ਵਾਰ ਆਵੇ ਉਹਨੂੰ 5 ਵਾਰੀ ਲੰਗਰ ਛਕਾਓ। ਇਹ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਬੰਨੀ। ਜਿੰਨੇ ਵੀ ਦਰਸ਼ਨ ਕਰਨੇ ਹੁੰਦੇ ਸੀ ਗੁਰੂ ਜੀ ਦੇ ਪਹਿਲਾਂ ਉਹ ਲੰਗਰ ਛਕਦਾ ਸੀ ਅਤੇ ਫਿਰ ਗੁਰੂ ਜੀ ਦੇ ਦਰਸ਼ਨ ਹੁੰਦੇ ਸੀਗੇ ਜੀ। ਜਿਹੜਾ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਨਹੀਂ ਸੀ ਨਾ ਛਕਦਾ ਉਹਨੂੰ ਮਹਾਰਾਜ ਆਪਣੇ ਦਰਸ਼ਨ ਹੀ ਨਹੀਂ ਸੀ ਦਿੰਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ ਬੜੇ ਬੜੇ ਰਾਜੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਰਹੇ ਜਿਨ੍ਹਾਂ ਨੇ ਲੜੀਵਾਰ ਕਥਾ ਸੁਣੀ ਹੈ। ਉਹਨਾਂ ਨੂੰ ਪਤਾ ਪਿੱਛੇ ਜੇ ਹਰੀਪੁਰ ਦਾ ਰਾਜਾ ਆਪ ਆਪਣੀਆਂ ਰਾਣੀਆਂ ਸਮੇਤ ਆਪਣੇ ਵਜ਼ੀਰਾਂ ਦੇ ਸਮੇਤ ਆਪਣੀ ਪ੍ਰਜਾ ਦੇ ਸਮੇਤ ਅਤੇ ਸੈਨਾ ਵੀ ਲੈ ਕੇ ਸਾਰੀ ਆਇਆ ਅਤੇ ਗੁਰੂ ਜੀ ਦੇ ਚਰਨਾਂ 'ਚ ਝੁਕਿਆ ਜੀ। ਖੁਦ ਉਹ ਰਾਜਾ ਸੀ ਪਰ ਰਾਜੇ ਨੂੰ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ। ਗੁਰੂ ਜੀ ਦੀ ਸੋਭਾ ਬੜੀ ਵੱਧ ਗਈ ਜੀ।
ਬਹੁਤ ਦੂਰੋਂ ਦੂਰੋਂ ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲੱਗ ਪਈਆਂ ਜੀ। ਦਰਸ਼ਨ ਕਰਨ ਆਉਣ ਲੱਗ ਪਈਆਂ। ਉਧਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਹੈ, ਤੇ ਇਧਰ ਬਾਬਾ ਜੀ, ਬਾਬਾ ਦਾਤੂ ਜੀ, ਜਿਹੜੇ ਦੂਸਰੇ ਪਾਤਸ਼ਾਹ ਦੇ ਪੁੱਤਰ ਸਨ, ਉਹਨਾਂ ਦੇ ਮਨ ਵਿੱਚ ਇਹ ਸੀ ਵੀ ਵੱਡੀ ਵਡਿਆਈ ਤੇ ਗੁਰੂ ਅਮਰਦਾਸ ਜੀ ਨੇ ਲੈ ਲਈ ਤੇ ਅਸੀਂ ਖਾਲੀ ਰਹਿ ਗਏ ਜੀ। ਬਾਬਾ ਦਾਤੂ ਜੀ ਆਪ ਆਪਣੀ ਗੱਦੀ ਲਾ ਕੇ ਬੈਠ ਜਾਂਦੇ ਆ ਤੇ ਆਪਣੇ ਤੇ ਚੰਦੋਆ ਵੀ ਲਾ ਲੈਂਦੇ ਆ। ਲੋਕਾਂ ਦੇ ਵਿੱਚ ਪ੍ਰਚਾਰ ਵੀ ਕਰਦੇ ਵੀ ਮੇਰੇ ਕੋਲ ਆਵੋ, ਪਰ ਆਉਂਦਾ ਨਹੀਂ ਕੋਈ ਜੀ। ਕਿਉਂ? ਆਪੇ ਬਣੇ ਗੁਰੂ ਵਿੱਚ ਤੇ ਧੁਰੋਂ ਦਰਗਾਹ ਤੋਂ ਆਏ ਗੁਰੂ ਵਿੱਚ ਬੜਾ ਫਰਕ ਹੁੰਦਾ ਹੈ ਜੀ। ਅਸਲ ਅਸਲ ਹੀ ਹੈ ਤੇ ਨਕਲ ਨਕਲ ਹੀ ਹੈ ਜੀ। ਬਾਬਾ ਦਾਤੂ ਜੀ ਕੋਲ ਕਿਸੇ ਨੇ ਨਾ ਆਉਣਾ। ਤੇ ਮੈਂ ਕੱਲ ਵੀ ਕਥਾ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਸੀ, ਸੰਗਤ ਜੀ ਜੇ ਕਿਸੇ ਨੇ ਆਉਣਾ ਗੁਰੂ ਘਰ ਵਿੱਚ ਤੇ ਸੁੱਖ ਲੈਣ ਵਾਸਤੇ ਆਉਣਾ ਜੀ। ਆਤਮਾ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਭਜਨ ਕਰਨ ਦਾ ਜੀ ਕਰੇ। ਤੇ ਜੇ ਸੁੱਖ ਹੀ ਨਹੀਂ ਮਿਲਣਾ ਤੇ ਫਿਰ ਲਾਭ ਕੀ ਹੈਗਾ ਜੀ। ਨਾਮ ਜਪਣ ਵਾਲੇ ਪੁਰਸ਼ਾਂ ਦੇ ਅੰਦਰੋਂ ਸੁੱਖ ਨਿਕਲਦਾ ਜੀ। ਉਹਨਾਂ ਦੇ ਸਰੀਰ ਦੀਆਂ ਤਰੰਗਾਂ ਐਸੀਆਂ ਹੁੰਦੀਆਂ ਜੀ। ਸੋ ਬਾਬਾ ਜੀ, ਬਾਬਾ ਦਾਤੂ ਜੀ ਦੇ ਵਿੱਚ ਉਹ ਤਰੰਗਾਂ ਨਹੀਂ ਸੀ ਹੈਗੀਆਂ ਜੀ। ਇਸ ਕਰਕੇ ਕੋਈ ਆਉਂਦਾ ਜਾਂਦਾ ਨਹੀਂ ਸੀਗਾ ਜੀ। ਲੋਕ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਅਮਰਦਾਸ ਜੀ ਦੇ ਕੋਲ ਪਹੁੰਚਦੇ ਤੇ ਵਾਹਿਗੁਰੂ ਮਿਹਰ ਕਰੇ, ਮਾੜੇ ਸੰਗ ਤੋਂ ਬਚਾ ਕੇ ਰੱਖੇ ਜੀ। ਕਈ ਵਾਰੀ ਬੰਦਾ ਬੜੀ ਨਿਮਰਤਾ ਵਾਲਾ ਹੁੰਦਾ, ਬੜਾ ਵਧੀਆ ਹੁੰਦਾ, ਇੱਕ ਵੀ ਸਾਥੀ ਜੇ ਮਾੜਾ ਮਿਲ ਜੇ ਨਾ ਜੀ, ਉਹਦਾ ਸਾਰਾ ਕੰਮ ਖਰਾਬ ਕਰ ਦਿੰਦਾ ਜੀ। ਬਸ ਇਸੇ ਤਰ੍ਹਾਂ ਹੋਇਆ ਬਾਬਾ ਜੀ, ਬਾਬਾ ਦਾਤੂ ਜੀ ਨੂੰ ਕੁਝ ਉਹਨਾਂ ਦੇ ਮਿੱਤਰ ਇਹੋ ਜਿਹੇ ਮਿਲੇ, ਉਹਨਾਂ ਮਿੱਤਰਾਂ ਨੇ ਬਾਬਾ ਦਾਤੂ ਜੀ ਦੇ ਹਿਰਦੇ ਵਿੱਚ ਕ੍ਰੋਧ ਪੈਦਾ ਕਰਤਾ ਜੀ। ਪਤਾ ਕੀ ਆਖਿਆ ਜੀ? ਕਹਿਣ ਲੱਗੇ ਗੁਰਤਾ ਗੱਦੀ ਤੇ ਤੁਹਾਨੂੰ ਮਿਲਣੀ ਚਾਹੀਦੀ ਸੀਗੀ। ਅਮਰਦਾਸ ਜੀ ਤੇ ਸੇਵਕ ਸਨ, ਉਹਨਾਂ ਨੂੰ ਇੰਨੀ ਵੱਡੀ ਕਰਾਂ ਵਾਹਿਗੁਰੂ ਐਡੀ ਵੱਡੀ ਦਾਤ ਕਿਵੇਂ ਮਿਲ ਗਈ? ਇਹ ਤੇ ਤੁਹਾਡੀ ਵਸਤੂ ਹੈ। ਤੇ ਸਿਆਣੇ ਕਹਿੰਦੇ ਹੁੰਦੇ ਜਿਹੜੀ ਚੁੱਕਣਾ ਨਾ, ਚੁੱਕਣਾ ਇਹ ਪੱਥਰ ਪਾੜ ਦਿੰਦੀ ਜੀ। ਜਿਹੜਾ ਪੱਥਰ ਪਾੜ ਨਹੀਂ ਸਕਦਾ, ਚੁੱਕਣਾ ਛੋਟੀ ਜਿਹੀ ਹੁੰਦੀ ਜੀ। ਅਸਲ ਵਿੱਚ ਜਿਹੜੀ ਆਟਾ ਚੱਕੀ ਹੁੰਦੀ ਨਾ ਜੀ, ਉਹਦੇ ਵਿੱਚ ਛੋਟਾ ਜਿਹਾ ਇੱਕ ਪਾਰਟ ਹੈ, ਉਹਦਾ ਨਾਮ ਹੈ ਚੁੱਕਣਾ ਜੀ। ਉਹ ਛੋਟੀ ਜਿਹੀ ਚੁੱਕਣਾ ਹੁੰਦੀ ਜੀ, ਉਹ ਵੱਡਾ ਪੱਥਰ ਪਾੜਦੀ ਹੈ ਜੀ। ਇਸੇ ਤਰ੍ਹਾਂ ਚੁੱਕਣਾ ਛੋਟੀ ਜਿਹੀ ਹੁੰਦੀ ਹੈ ਜੀ, ਪਰ ਬੰਦੇ ਦਾ ਜੀਵਨ ਖਰਾਬ ਕਰਕੇ ਰੱਖ ਦਿੰਦੀ ਜੀ। ਇਸ ਕਰਕੇ ਮਹਾਰਾਜ ਬਾਣੀ ਵਿੱਚ ਕਹਿੰਦੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਕੱਚੇ ਬੰਦਿਆਂ ਨਾਲ ਰਿਸ਼ਤੇਦਾਰੀ ਮਿੱਤਰਤਾ ਛੱਡ ਦੇ ਕਹਿਣ ਲੱਗੇ। ਬਾਬਾ ਦਾਤੂ ਜੀ ਨੇ ਕੀਤੀ। ਬਾਬਾ ਦਾਤੂ ਜੀ ਦੇ ਅੰਦਰ ਕ੍ਰੋਧ ਪੈਦਾ ਕਰ ਦਿੱਤਾ ਜੀ ਉਹਨਾਂ ਨੇ। ਤੇ ਵਾਹਿਗੁਰੂ ਜਿਨ੍ਹਾਂ ਨੇ ਕੱਲ ਕਥਾ ਸੁਣੀ ਉਹਨਾਂ ਨੂੰ ਪਤਾ ਲੱਗਾ ਬਾਬਾ ਦਾਤੂ ਜੀ ਇੰਨੇ ਜ਼ਿਆਦਾ ਕ੍ਰੋਧ ਵਿੱਚ ਆ ਗਏ। ਬਾਬਾ ਦਾਤੂ ਜੀ ਨੇ ਫੁਰਨਾ ਬਣਾਇਆ। ਫੁਰਨੇ ਵਿੱਚ ਇਹ ਸੋਚਦੇ ਵੀ ਗੁਰੂ ਅਮਰਦਾਸ ਜੀ ਨੂੰ ਮਾਰ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿੱਡੀ ਵੱਡੀ ਗੱਲ ਸੋਚ ਲਈ ਜੀ ਉਹਨਾਂ ਨੇ। ਇੰਨੇ ਵੱਡੇ ਸਮਰੱਥ ਗੁਰੂ, ਦੀਨ ਦੁਨੀਆ ਦੇ ਮਾਲਕ, ਆਪ ਪਰਮੇਸ਼ਰ, ਤੇ ਚੁੱਕਣਾ ਬੰਦੇ ਦਾ ਕਿੰਨਾ ਨੁਕਸਾਨ ਕਰ ਦਿੰਦੀ ਜੀ। ਇਸ ਕਰਕੇ ਪੱਕਿਆਂ ਦੀ ਸੰਗਤ ਕਰੇ ਬੰਦਾ, ਚੰਗਿਆਂ ਦੀ ਸੰਗਤ ਕਰੇ। ਮੂਰਖਾਂ ਦੀ ਸੰਗਤ ਵਿੱਚ ਬੈਠ ਕੇ ਬੰਦੇ ਦਾ ਸਦਾ ਨੁਕਸਾਨ ਹੁੰਦਾ ਜੀ। ਚੰਗਿਆਂ ਦੀ ਸੰਗਤ ਵਿੱਚ ਬੈਠ ਕੇ ਬੰਦੇ ਦਾ ਸਦਾ ਲਾਭ ਹੁੰਦਾ ਜੀ। ਇਹੋ ਜਿਹਾ ਫੁਰਨਾ ਬਣਾਤਾ ਜੀ। ਹਿਰਦੇ ਵਿੱਚ ਈਰਖਾ ਦੀ ਅੱਗ ਬਲ ਪਈ ਜੀ। ਇਹ ਅੰਦਰ ਹੀ ਹੈਗਾ ਸਾਰਾ ਕੁਝ ਜੀ, ਲੁਕਿਆ ਹੋਇਆ ਜੀ। ਉਹ ਅੱਗ ਹਿਰਦੇ ਵਿੱਚ ਈਰਖਾ ਦੀ ਬਲ ਗਈ ਤੇ ਬਾਬਾ ਜੀ, ਬਾਬਾ ਦਾਤੂ ਜੀ ਜਿਹੜੇ ਸਨ ਨਾ, ਉਹ ਗੁਰੂ ਅਮਰਦਾਸ ਜੀ ਨੂੰ ਮਾਰਨ ਦੇ ਫੁਰਨੇ ਨਾਲ ਤੁਰ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਵੀ ਮਾਰ ਹੀ ਦੇਣਾ ਜੀ। ਵੇਖੋ ਆਪ ਪਰਮੇਸ਼ਰ, ਆਪ ਰੱਬ ਸੱਚੇ ਪਾਤਸ਼ਾਹ। ਹੁਣ ਉਹ ਰਸਤੇ ਵਿੱਚ ਤੁਰੀ ਜਾਂਦੇ ਤੇ ਇਕੱਲੇ ਹੀ ਤੁਰੇ ਜੀ। ਉਹ ਜਿਨ੍ਹਾਂ ਪੁਰਾਣੇ ਪੰਜਾਬ ਵਿੱਚ ਆਪਣੇ ਕਹਿੰਦੇ ਜਿਨ੍ਹਾਂ ਤਿੱਲੀ ਲਾਉਣੀ ਜੀ, ਉਹ ਤੇ ਚਲੇ ਗਏ ਜੀ। ਇਹਨਾਂ ਦੇ ਅੰਦਰ ਅੱਗ ਬਲ ਗਈ ਜੀ, ਕ੍ਰੋਧ ਦੀ, ਈਰਖਾ ਦੀ।
ਤੇ ਇਹ ਫਿਰ ਹੁਣ ਮਹਾਰਾਜ ਵਾਲੇ ਪਾਸੇ ਤੁਰ ਪਏ। ਬੜੇ ਧਿਆਨ ਨਾਲ ਸੁਣਿਓ, ਇਹ ਪ੍ਰਸੰਗ ਸੁਣ ਕੇ ਬੜਾ ਹੀ ਧੀਰਜ ਮਿਲਦਾ ਜੀ। ਇੱਕ ਬੰਨੇ ਅੱਗ ਵਿੱਚ ਭਰਪੂਰ ਬੰਦਾ, ਇੱਕ ਬੰਨੇ ਸ਼ਾਂਤੀ ਦੇ ਪੁੰਜ, ਜਿਨ੍ਹਾਂ ਵਿੱਚ ਬੜੀ ਸ਼ਾਂਤੀ, ਜਿਨ੍ਹਾਂ ਦੇ ਸਰੀਰ ਵਿੱਚ ਰੋਮ ਰੋਮ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿਵੇਂ ਬੈਲੈਂਸ ਕਰਦੇ ਸਾਰਾ ਕੁਝ ਜੀ। ਬਸ ਬੰਦੇ ਨੂੰ ਬੈਲੈਂਸ ਕਰਨਾ ਆ ਜੇ ਜੀ। ਪਰ ਕੋਈ ਮਸਲਾ ਬੈਲੈਂਸ ਕਰਨ ਵਾਸਤੇ ਬੰਦਾ ਆਪ ਬੈਲੈਂਸ ਵਿੱਚ ਹੋਵੇ। ਹੁਣ ਮਹਾਰਾਜ ਅੱਗੋਂ ਕੀ ਕਰਦੇ ਜੀ, ਉਹ ਆਪਾਂ ਬੜੇ ਧਿਆਨ ਨਾਲ ਪ੍ਰੇਮ ਦੇ ਨਾਲ ਸਰਵਣ ਕਰਨਾ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਮਹਾਰਾਜ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਮ ਵਿਚਾਰ ਕਰ ਕੈ ਪ੍ਰਸਥਾਨਾ। ਜਿਹੜੀ ਵਿਚਾਰ ਮੈਂ ਤੁਹਾਨੂੰ ਹੁਣੇ ਦੱਸੀ ਜੀ, ਬਾਬਾ ਦਾਤੂ ਜੀ ਕੀ ਸੋਚਦੇ ਗੁਰੂ ਅਮਰਦਾਸ ਜੀ ਬਾਰੇ, ਇਹ ਵਿਚਾਰ ਕਰਕੇ ਤੇ ਖਡੂਰ ਸਾਹਿਬ ਤੋਂ ਤੁਰ ਪਏ ਜੀ। ਹਾਂਜੀ, ਪਹੁੰਚਿਓ ਸ਼੍ਰੀ ਗੁਰ ਅਮਰ ਸਥਾਨਾ। ਤੇ ਜਿੱਥੇ ਜਗਤ ਦੇ ਮਾਲਕ ਆਪ ਪਰਮੇਸ਼ਰ, ਆਪ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਮਰਦਾਸ ਸਾਹਿਬ ਸੱਜੇ ਆ ਨਾ, ਉੱਥੇ ਪਹੁੰਚ ਗਏ ਜੀ ਉਹ। ਹਾਂਜੀ, ਲਗਿਓ ਦੀਵਾਨ ਬਿਰਾਜਹਿ ਬੀਚ। ਸੰਗਤ ਬੈਠੀ ਹੈ, ਦੀਵਾਨ ਲੱਗਾ ਹੈ, ਤੇ ਵਿੱਚ ਘਰ ਸ੍ਰੀ ਗੁਰੂ ਅਮਰਦਾਸ ਸਾਹਿਬ ਬੈਠੇ। ਜਿਵੇਂ ਆਪਣੇ ਵਿੱਚ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਵਿੱਚ ਘਰ ਗੁਰੂ ਅਮਰਦਾਸ ਜੀ ਬੈਠੇ ਹੋਏ ਸੱਚੇ ਪਾਤਸ਼ਾਹ। ਹਾਂਜੀ, ਦਰਸਹਿ ਮਿਲੈ ਊਚ ਅਰ ਨੀਚ। ਅਮੀਰ ਗਰੀਬ, ਉੱਚਾ ਨੀਵਾਂ, ਹਰ ਤਰ੍ਹਾਂ ਦੇ ਪੁਰਸ਼ ਸੱਚੇ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਕਰਨ ਦਏ ਜੀ। ਮਹਾਰਾਜ ਜੀ ਦੇ ਸੋਹਣੇ ਦਰਸ਼ਨ ਹੋ ਰਹੇ ਜੀ। ਹਾਂਜੀ, ਕੋ ਟੇਕਤ ਹੈ ਮਾਥ ਅਗਾਰੀ। ਕੋਈ ਤੇ ਮਹਾਰਾਜ ਨੂੰ ਮੱਥਾ ਟੇਕ ਰਿਹਾ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਝੁਕ ਰਿਹਾ। ਹਾਂਜੀ, ਕੋ ਬਿਨਤੀ ਕਰ ਜੋਰ ਉਚਾਰੀ। ਤੇ ਕੋਈ ਹੱਥ ਜੋੜ ਕੇ ਖਲੋਤਾ ਹੋਇਆ ਜੀ, ਆਪਣੇ ਮਨ 'ਚ ਬੇਨਤੀਆਂ ਕਰਨ ਦਿਆ ਜੀ। ਕੋਈ ਮੁਖੋਂ ਬੋਲ ਕੇ ਕਰਨ ਦਿਆ ਜੀ। ਬੜਾ ਸੋਹਣਾ ਦਰਬਾਰ ਦਾ ਮਾਹੌਲ ਬਣਿਆ ਜੀ। ਹਾਂਜੀ, ਕੋ ਬੈਠੇ ਸਿਮਰਹਿ ਸਤ ਨਾਮੋ। ਕਈ ਸੰਗਤ ਵਿੱਚ ਬੈਠੇ ਕੀ ਕਰ ਰਹੇ ਜੀ, ਵਾਹਿਗੁਰੂ 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 ਸਿਮਰਨ ਕਰ ਰਹੇ ਜੀ, ਨਾਮ ਜਪ ਰਹੇ ਜੀ। ਹਾਂਜੀ, ਗਾਏ ਰਬਾਬੀ ਧੁਨ ਅਬਿਰਾਮੋ। ਤੇ ਕਈ ਰਬਾਬੀ ਗੁਰੂ ਕੇ ਸਿੱਖ ਕੀਰਤਨੀਏ ਉਹ ਕੀਰਤਨ ਕਰਨ ਦਏ ਜੀ। ਹੁਣ ਤੁਸੀਂ ਧਿਆਨ ਨਾਲ ਸੁਣਿਓ, ਕਥਾ ਹੋ ਰਹੀ ਹੋਵੇ, ਕੀਰਤਨ ਹੋ ਰਿਹਾ ਹੋਵੇ, ਆਪਾਂ ਬੈਠੇ ਬੈਠੇ ਮਨ 'ਚ ਵਾਹਿਗੁਰੂ ਵਾਹਿਗੁਰੂ ਆਖੀ ਜਾਣਾ ਜੀ। ਇਹਦੇ ਨਾਲ ਪਤਾ ਕੀ ਹੁੰਦਾ ਜੀ, ਬੰਦੇ ਨੂੰ ਡਬਲ ਫਾਇਦਾ ਹੋ ਜਾਂਦਾ ਜੀ। ਕਹਿੰਦੇ ਨਾ, ਇੱਕ ਦੁਕਾਨ ਤੇ ਕੰਮ ਕਰਦਾ, ਫਿਰ ਜਾ ਕੇ ਫੈਕਟਰੀ ਵੀ ਕਰਦਾ, ਡਬਲ ਦਿਹਾੜੀ ਲੈਂਦਾ ਜੀ। ਕੀਰਤਨ ਸੁਣੋ, ਕਥਾ ਸੁਣੋ, ਨਾਲ ਨਾਲ ਮਨ 'ਚ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਕਰੋ। ਕਥਾ ਕੀਰਤਨ ਸੁਣਨ ਦਾ ਫਾਇਦਾ ਵੱਖਰਾ ਮਿਲਣਾ, ਤੇ ਨਾਮ ਜਪਣ ਦਾ ਲਾਭ ਵੱਖਰਾ ਹੋਣਾ ਜੀ। ਕਈ ਪ੍ਰੇਮੀ ਬੈਠੇ ਵਾਹਿਗੁਰੂ ਵਾਹਿਗੁਰੂ ਜਪ ਰਹੇ ਆ, ਤੇ ਗੁਰੂ ਦੀ ਹਜ਼ੂਰੀ 'ਚ ਕੀਰਤਨ ਹੋ ਰਿਹਾ ਜੀ। ਹਾਂਜੀ, ਕੋ ਇੱਕ ਚਿਤ ਹੋਵੈ ਸ਼ਬਦ ਸੁਨਤ ਹੈ। ਕਈ ਇੱਕ ਚਿੱਤ ਹੋ ਕੇ, ਸਾਵਧਾਨ ਹੋ ਕੇ ਸ਼ਬਦ ਸੁਣ ਰਹੇ ਜੀ, ਮਹਾਰਾਜ ਜੀ ਦੀ ਬਾਣੀ ਸੁਣ ਰਹੇ ਜੀ। ਹਾਂਜੀ, ਕੋ ਮਨ ਬਿਖੈ ਵਿਚਾਰ ਗੁਣ ਤਿਹ। ਤੇ ਕਈ ਮਨ ਵਿੱਚ ਸ਼ਬਦ ਦੇ ਅਰਥ ਵਿਚਾਰਨ ਦੇ ਜੀ, ਆਪਣੇ ਮਨ ਨੂੰ ਭਲੇ ਮਾਰਗ ਵਿੱਚ ਲਾ ਰਹੇ ਜੀ। ਹਾਂਜੀ, ਜਥਾ ਸ਼ੰਭ ਮੁਨ ਗਨ ਕੇ ਮਾਹੀ। ਹਾਂਜੀ, ਪਾਵਨ ਸਭਾ ਸੁਬਤ ਹੈ ਤਾਹੀ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਬੈਠੇ ਬਹੁਤ ਫੱਬ ਰਹੇ ਜੀ। ਜਿਵੇਂ ਮੁਨੀਆਂ ਦੇ ਵਿੱਚ ਸ਼ੰਭੂ ਬੈਠੇ ਫੱਬਦੇ ਆ ਨਾ, ਮਹਾਰਾਜ ਗੁਰੂ ਅਮਰਦਾਸ ਸਾਹਿਬ ਬੈਠੇ ਬਹੁਤ ਸੁੰਦਰ ਲੱਗ ਰਹੇ ਆ। ਹਾਂਜੀ, ਵੇਖ ਪ੍ਰਤਾਪ ਨਹਿ ਹਿਰਦੈ ਸਹਾਰਾ। ਉਧਰੋਂ ਬਾਬਾ ਜੀ, ਬਾਬਾ ਦਾਤੂ ਜੀ ਆ ਗਏ ਜੀ। ਤੇ ਬਾਬਾ ਦਾਤੂ ਜੀ ਕੀ ਵੇਖਦੇ, ਹਜ਼ਾਰਾਂ ਲੋਕ ਇਹਨਾਂ ਨੂੰ ਮੱਥਾ ਟੇਕਣ ਦੇ ਆ, ਇਹਨਾਂ ਨੂੰ ਨਮਸਕਾਰ ਕਰ ਰਹੇ ਆ।
ਹਾਂਜੀ। ਤੇ ਉਹਨਾਂ ਨੇ ਨਾ ਮਹਾਰਾਜ ਦਾ ਪ੍ਰਤਾਪ ਵੇਖਿਆ ਤੇ ਜਰ ਨਾ ਸਕੇ ਜੀ, ਵੀ ਚੀਜ਼ ਤੇ ਸਾਡੀ ਸੀਗੀ, ਸਾਡੇ ਪਿਤਾ ਜੀ ਅੱਗੇ ਮੱਥਾ ਟੇਕਦੇ ਸੀ, ਹੁਣ ਸਾਨੂੰ ਟੇਕਣਾ ਚਾਹੀਦਾ ਸੀ, ਪਰ ਹੁਣ ਲੋਕ ਇਹਨਾਂ ਨੂੰ ਮੱਥਾ ਟੇਕ ਰਹੇ ਆ। ਹਾਂਜੀ। ਭਇਓ ਕ੍ਰੋਧ ਤੇ ਸ਼ੋਭਤ ਭਾਰਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਵਾਹਿਗੁਰੂ। ਈਰਖਾਲੂ ਬੰਦਾ ਉੱਤੋਂ ਜਿੰਨਾ ਮਰਜ਼ੀ ਸ਼ਾਂਤ ਬਣਨ ਦਾ ਯਤਨ ਕਰੇ, ਵਿੱਚੋਂ ਕ੍ਰੋਧ ਹੀ ਹੁੰਦਾ ਜੀ ਉਹਦੇ ਜੀ, ਅੰਦਰੋਂ ਕ੍ਰੋਧ ਨਾਲ ਭਰਿਆ ਹੁੰਦਾ ਜੀ। ਉਹ ਬਾਬਾ ਜੀ ਦੇ ਅੰਦਰ ਕ੍ਰੋਧ ਪੈਦਾ ਹੋ ਗਿਆ ਜੀ, ਬਾਬਾ ਦਾਤੂ ਜੀ ਦੇ ਅੰਦਰ, ਵੇਖ ਕੇ ਮਹਾਰਾਜ ਦਾ ਪ੍ਰਤਾਪ। ਹਾਂਜੀ। ਅਪਰ ਕਛੂ ਤਹਿ ਹੋਏ ਨਾ ਸਕਈ। ਹੋਰ ਕੁਝ ਤੇ ਕਰ ਨਹੀਂ ਸਕਦੇ, ਲੋਕਾਂ ਨੂੰ ਥੋੜੀ ਮਨਾ ਕਰ ਸਕਦੇ ਵੀ ਮੱਥਾ ਨਾ ਟੇਕੋ, ਹੱਥ ਨਾ ਜੋੜੋ ਇਹਨਾਂ ਅੱਗੇ, ਕਿਉਂ ਲੋਕ ਤੇ ਬੈਠੇ ਨਾਮ ਵੀ ਜਪ ਰਹੇ ਜੀ। ਹਾਂਜੀ। ਪਹੁੰਚ ਨਿਕਟ ਗੁਰ ਤਨ ਕੋ ਤਕਈ। ਤੇ ਬਾਬਾ ਦਾਤੂ ਜੀ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਤੇ ਛੇਤੀ ਮਹਾਰਾਜ ਦੇ ਨੇੜੇ ਚਲੇ ਗਏ ਜੀ। ਸੰਗਤ ਵਿੱਚ ਨਾ ਛੇਤੀ ਨਾਲ ਅੱਗੇ ਹੋਏ ਤੇ ਸੱਚੇ ਪਾਤਸ਼ਾਹ ਜੀ ਦੇ ਨੇੜੇ ਪਹੁੰਚ ਗਏ ਜੀ। ਹਾਂਜੀ। ਰਿਸ ਕਰ ਉਰ ਮਹਿਲਾਤ ਪ੍ਰਹਾਰੀ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁੱਸੇ ਵਿੱਚ ਆ ਕੇ ਬਾਬਾ ਦਾਤੂ ਨੇ ਪਤਾ ਕੀ ਕੀਤਾ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਤੀ ਮਾਰ ਦਿੱਤੀ ਜੀ। ਚਿਹਰਾ ਗੁੱਸੇ ਨਾਲ ਭਰਿਆ ਪਿਆ ਜੀ। ਬੰਦਾ ਚਿਹਰਾ ਨਹੀਂ ਆਪਣਾ ਲੁਕਾ ਸਕਦਾ ਜੀ, ਚਿਹਰੇ ਤੇ ਸਾਰਾ ਕੁਝ ਲਿਖਿਆ ਹੁੰਦਾ ਜੀ। ਚਿਹਰੇ ਤੇ ਗੁੱਸਾ ਵੀ ਹੈਗਾ ਜੀ, ਚਿਹਰੇ ਤੇ ਨਾਮ ਵੀ ਹੈਗਾ ਜੀ, ਪਰਮੇਸ਼ਰ ਦਾ ਨਾਮ ਝਲਕਦਾ ਜਿਹੜੇ ਜਪਦੇ ਜੀ। ਉਹ ਗੁੱਸੇ ਨਾਲ ਚਿਹਰਾ ਭਰਿਆ ਪਿਆ ਤੇ ਪਿਆਰਿਓ ਮਹਾਰਾਜ ਜੀ ਦੀ ਬੇਅਦਬੀ ਕੀਤੀ ਜੀ, ਲੱਤ ਮਾਰ ਦਿੱਤੀ ਜੀ। ਹਾਂਜੀ। ਸਿੰਘਾਸਨ। ਸਿੰਘਾਸਨ ਤੇ ਗਿਰ ਕਰ ਪਰੇ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਸਿੰਘਾਸਨ ਤੋਂ ਹੇਠਾਂ ਨੂੰ ਹੋ ਗਏ ਜੀ, ਜਿਵੇਂ ਬੰਦਾ ਡਿੱਗ ਨਹੀਂ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹੋ ਪ੍ਰੇਮ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਹੇਠਾਂ ਨੂੰ ਹੋ ਗਏ ਜੀ। ਡਿੱਗਣ ਇੱਕ ਹਿਸਾਬ ਨਾਲ ਜਿਵੇਂ ਬੰਦਾ ਡਿੱਗ ਪੈਂਦਾ ਜੀ। ਹਾਂਜੀ। ਬ੍ਰਿਧ ਸਰੀਰ ਕੰਪ ਕਹੋ ਕਰੇ। ਸਰੀਰ ਤੇ ਸਰੀਰ ਹੀ ਹੈਗਾ ਜੀ, ਬਜ਼ੁਰਗ ਸਰੀਰ ਹੈ। ਇੱਕਦਮ ਜਦੋਂ ਮਹਾਰਾਜ ਜੀ ਦੇ ਲੱਤ ਨਾਲ ਆ ਕੇ ਬੇਅਦਬੀ ਕੀਤੀ ਨਾ ਜੀ ਬਾਬੇ ਦਾਤੂ ਨੇ, ਮਹਾਰਾਜ ਡਿੱਗ ਵੀ ਗਏ ਤੇ ਸਰੀਰ ਵੀ ਕੰਬਣ ਲੱਗ ਪਿਆ ਜੀ। ਹਾਂਜੀ। ਬਹੁਰ ਸੰਭਾਰ ਉਠੇ ਤਤਕਾਲਾ। ਉਸੇ ਵੇਲੇ ਸਿੱਖ ਸਾਵਧਾਨ ਹੋ ਗਏ ਵੀ ਇਹ ਬਾਬੇ ਦਾਤੂ ਨੇ ਕੀ ਕੀਤਾ, ਏਡੀ ਵੱਡੀ ਬੇਅਦਬੀ। ਤੇ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਨਹੀਂ, ਉੱਠਣਾ ਨਹੀਂ। ਆਪਣੇ ਸਰੀਰ ਨੂੰ ਸੰਭਾਲਿਆ ਤੇ ਬਹੁਰ ਸੰਭਾਰ ਉਠੇ ਤਤਕਾਲਾ। ਉਸੇ ਵੇਲੇ ਮਹਾਰਾਜ ਉੱਠੇ ਤੇ ਸੱਚੇ ਪਾਤਸ਼ਾਹ ਉੱਠ ਕੇ ਕੀ ਕਰਦੇ ਉਹ ਸੁਣੋ। ਹਾਂਜੀ। ਗਹਿ ਦਾਤੂ ਕੇ ਚਰਨ ਕਿਰਪਾਲਾ। ਵਾਹਿਗੁਰੂ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜੀ ਜਿਹੜੀ ਲੱਤ ਜਿਹੜਾ ਪੈਰ ਬਾਬੇ ਦਾਤੂ ਨੇ ਮਾਰਿਆ ਸੀ ਨਾ, ਮਹਾਰਾਜ ਨੇ ਉਹ ਪੈਰ ਫੜ ਲਿਆ ਜੀ ਉਹਨਾਂ ਦਾ ਜੀ। ਹਾਂਜੀ। ਕਰ ਕਮਲਨ ਸੋ ਮਰਦਨ ਕਰੇ। ਤੇ ਮਹਾਰਾਜ ਫੜ ਕੇ ਨਾ ਉਹਨੂੰ ਝੱਸਣ ਲੱਗ ਪਏ ਜੀ, ਕੁੱਟਣ ਲੱਗ ਪਏ, ਝੱਸਣ ਲੱਗ ਪਏ ਜੀ। ਹਾਂਜੀ। ਬਿਨਤੀ ਸਹਿਤ ਸੋ ਬਾਕ ਉਚਰੇ। ਤੇ ਵਾਹਿਗੁਰੂ। ਧੰਨ ਮਹਾਰਾਜ ਦੀ ਨਿਮਰਤਾ। ਸੱਚੇ ਪਾਤਸ਼ਾਹ ਨਿਮਰਤਾ ਦੇ ਨਾਲ ਬੇਨਤੀ ਕਰਦੇ ਹੋਏ ਕਹਿਣ ਲੱਗ ਪਏ। ਹਾਂਜੀ। ਇੱਕ ਤੋ ਸੇਵਾ ਕਰਤ ਰਹਿਓ ਹਾਂ, ਦੁਤੀਏ ਬੈ ਤੇ ਬ੍ਰਿਧ ਭਇਓ ਹਾਂ। ਮਹਾਰਾਜ ਕਹਿਣ ਲੱਗੇ ਬਾਬਾ ਜੀ ਮੇਰਾ ਕੀ ਹੈ, ਮੇਰਾ ਕੀ ਹੈ ਜੀ, ਮੈਂ ਤੇ ਇੱਕ ਸੇਵਾ ਕਰਦਾ ਰਿਹਾ। ਦੁਤੀਆ ਮੇਰੀ ਉਮਰ ਵੱਡੀ ਹੈਗੀ ਤੁਹਾਡੇ ਤੋਂ। ਹਾਂਜੀ। ਜਾਂ ਤੇ ਅਧਿਕ ਸਰੀਰ ਕਠੋਰਾ। ਸੇਵਾ ਕਰਨ ਕਰਕੇ ਮੇਰਾ ਸਰੀਰ ਬੜਾ ਸਖਤ ਹੋ ਗਿਆ। ਕਹਿਣ ਲੱਗੇ ਜਿਹੜਾ ਬੰਦਾ ਮਿਹਨਤ ਕਰਦਾ ਰਹੇ ਉਹਦਾ ਸਰੀਰ ਸਖਤ ਹੁੰਦਾ ਜੀ। ਹਾਂਜੀ। ਤੁਮਰੋ ਚਰਨ ਮਰਦੁਲ ਨਹਿ ਥੋਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਤੁਹਾਡਾ ਚਰਨ ਤੇ ਬੜਾ ਕਮਜ਼ੋਰ ਕੋਮਲ ਹੈਗਾ। ਕਹਿਣ ਲੱਗੇ ਸਾਡੇ ਵਰਗਾ ਹੁੰਦਾ ਤੇ ਪਿੰਡੋਂ ਬਾਹਰ ਕੱਢ ਕੇ ਆਉਂਦਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਫੜ ਕੇ ਕੁੱਟਣਾ ਸ਼ੁਰੂ ਕਰਤਾ। ਧੰਨ ਨਿਮਰਤਾ ਮਹਾਰਾਜ ਜੀ ਦੀ।
ਮਹਾਰਾਜ ਕਹਿਣ ਲੱਗੇ ਤੁਹਾਡਾ ਚਰਨ ਬੜਾ ਕੋਮਲ ਹੈਗਾ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਕਿੰਨਾ ਫਰਕ ਹੈਗਾ ਜੀ ਸਾਡਾ ਤੇ ਗੁਰੂਆਂ ਦਾ ਜੀ। ਅਖਵਾਉਣੇ ਤੇ ਸਿੱਖ ਹੈਗੇ ਆ, ਪਰ ਦਿਨ ਰਾਤ ਸਕੀਮਾਂ ਬਣਦੀਆਂ ਰਹਿੰਦੀਆਂ ਜੀ ਮਨ 'ਚ ਜੀ। ਇਹਦੇ ਨਾਲ ਇੰਜ ਕਰਨਾ, ਇਹਦੇ ਨਾਲ ਇੰਜ ਕਰਨਾ। ਭਲਿਆ ਛੱਡ ਦੇ ਖਹਿੜਾ, ਜਪ ਵਾਹਿਗੁਰੂ ਜੀ ਦਾ ਨਾਮ, ਸਾਰਿਆਂ ਦਾ ਉਹਦੇ ਵਿੱਚ ਭਲਾ ਹੈਗਾ ਜੀ। ਪਰ ਨਹੀਂ, ਬੰਦਾ 100 ਸਕੀਮਾਂ ਕੱਢਦਾ ਜੀ। ਕਿੱਡੀ ਸ਼ਾਂਤੀ ਮਹਾਰਾਜ ਜੀ ਦੇ ਵਿੱਚ। ਹਾਂਜੀ, ਹੋਇਓ ਹੋਏਗੋ ਕਸ਼ਟ ਮਹਾਨਾ। ਮਹਾਰਾਜ ਕਹਿੰਦੇ ਤੁਹਾਨੂੰ ਕਸ਼ਟ ਹੋਇਆ ਹੋਏਗਾ, ਤੁਹਾਨੂੰ ਤਕਲੀਫ ਹੋਈ ਹੋਏਗੀ। ਹਾਂਜੀ, ਸਿਮਹੁ ਭਇਓ ਅਪਰਾਧ ਅਜਾਨਾ। ਤੇ ਮਹਾਰਾਜ ਕਹਿਣ ਲੱਗੇ ਮੇਰੀ ਗਲਤੀ ਮੈਨੂੰ ਮਾਫ ਕਰ ਦਿਓ। ਹੁਣ ਗੁਰੂ ਸਾਹਿਬ ਨੇ ਕੀ ਗਲਤੀ ਕੀਤੀ ਜੀ? ਪਰ ਉਹ ਵੀ ਸੁਣਿਓ ਵੀ ਮਹਾਰਾਜ ਆਪਣੀ ਕੀ ਗਲਤੀ ਬਣਾਉਂਦੇ ਜੀ, ਆਪੇ ਹੀ ਬਣਾ ਲਈ ਗਲਤੀ ਜੀ। ਹਾਂਜੀ, ਸ਼੍ਰੀ ਗੁਰ ਕੇ ਸੁਤ ਹੋ ਬੜ ਭਾਗੇ, ਮਮ ਹਿਤ ਕਰ ਇਤ ਨੋ ਦੁਖ ਲਾਗੇ। ਹਾਂਜੀ, ਤੁਮਕੋ ਦੇਖ ਨ ਅਗਰ ਖਰੋਵਾ, ਹਾਂਜੀ, ਹੂਤੋ ਮਾਨ ਮਮ ਸੋ ਤੁਮ ਖੋਵਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਤੁਸੀਂ ਹੋ ਗੁਰੂ ਦੇ ਪੁੱਤਰ, ਮੇਰੇ ਤੋਂ ਵੱਡੀ ਥਾਂ ਤੇ ਜਦੋਂ ਤੁਸੀਂ ਆਏ ਨਾ, ਮੇਰਾ ਫਰਜ਼ ਸੀਗਾ ਤੁਹਾਨੂੰ ਉੱਠ ਕੇ ਮੱਥਾ ਟੇਕਦਾ। ਮੈਂ ਤੁਹਾਨੂੰ ਅੱਗੋਂ ਲੈਣ ਜਾਂਦਾ, ਮੈਨੂੰ ਪਤਾ ਹੀ ਨਹੀਂ ਸੀਗਾ, ਤੇ ਮੈਨੂੰ ਸਮੱਤ ਦੇਣ ਵਾਸਤੇ ਤੁਸੀਂ ਮੈਨੂੰ ਪੈਰ ਮਾਰਿਆ, ਚਰਨ ਮਾਰਿਆ। ਇਹ ਗੁਰੂ ਦੀ ਨਿਮਰਤਾ ਹੋ ਸਕਦੀ ਜੀ। ਸੰਗਤ ਜੀ, ਅੱਜ ਸ਼ਬਦ ਪੜ੍ਹ ਲੈਂਦਾ, ਕਥਾ ਵੀ ਕਰ ਲੈਂਦਾ ਬੰਦਾ, ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਵੀ ਭਲਾ ਕਰ। ਪਰ ਅੱਜ ਜਿੰਨਾ ਭਿਆਨਕ ਸਮਾਂ ਨਾ, ਬੰਦਾ ਭਲੇ ਦਾ ਵੀ ਭਲਾ ਕਰਕੇ ਰਾਜੀ ਨਹੀਂ ਹੈਗਾ ਜੀ। ਮਨ ਵਿੱਚ ਇੰਨੀ ਗੱਲਬਾਤ ਹੈਗੀ ਵੀ ਨਾ ਕਦੀ ਤੁਹਾਨੂੰ ਕੁਝ ਆਖਿਆ, ਨਾ ਕੋਈ ਗੱਲ ਹੈ, ਪਰ ਬੰਦਾ ਫਿਰ ਵੀ ਵਿਚਾਰ ਕਰੇ ਵੀ ਮੈਂ ਕਿੱਥੇ ਕੁ ਹਾਂ। ਧੰਨ ਨਿਮਰਤਾ ਸੱਚੇ ਪਾਤਸ਼ਾਹ ਜੀ ਦੀ ਜੀ। ਗੁਰੂ ਘਰ ਨੀਵੇਂ ਹੋਣ ਵਾਲਾ ਬੰਦਾ ਮਾਣ ਪ੍ਰਾਪਤ ਕਰਦਾ ਜੀ। ਖੁਦ ਗੁਰੂ ਸਾਹਿਬ ਨੇ ਦਰਸਾਇਆ ਜੀ। ਮਹਾਰਾਜ ਕਹਿੰਦੇ ਤੁਸੀਂ ਆਏ, ਮੈਨੂੰ ਉੱਠ ਕੇ ਖਲੋਣਾ ਚਾਹੀਦਾ ਸੀ, ਤੁਹਾਡਾ ਸਤਿਕਾਰ ਕਰਨਾ ਚਾਹੀਦਾ ਸੀ। ਹਾਂਜੀ, ਤਾੜਨ ਉਚਿਤ ਜਾਨ ਕਰ ਮਾਰਿਓ। ਗਲਤੀ ਮੇਰੀ ਹੈ ਤੇ ਮੈਨੂੰ ਤਾੜਨਾ ਕਰਨ ਵਾਸਤੇ ਤੁਸੀਂ ਚਰਨ ਮਾਰਿਆ। ਤੁਹਾਡੇ ਚਰਨ ਨੂੰ ਮੇਰੇ ਕਰਕੇ ਖੇਚਲ ਹੋਈ ਹੈ ਕਹਿੰਦੇ। ਹਾਂਜੀ, ਭਲੋ ਕਰਿਓ ਨਿਜ ਦਾਸ ਨਿਹਾਰਿਓ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਤੇ ਬੰਦਾ ਕੁਝ ਨਾ ਹੋਵੇ ਤੇ ਐਵੇਂ ਆਕੜੀ ਜਾਂਦਾ ਜੀ। ਹਾਂਜੀ, ਤੇ ਮਹਾਰਾਜ ਤੇ ਆਪ ਗੁਰੂਆਂ ਦੇ ਗੁਰੂ ਨੇ ਜੀ, ਆਪ ਪਰਮੇਸ਼ਰ ਨੇ। ਪਰ ਸੱਚੇ ਪਾਤਸ਼ਾਹ ਕਹਿਣ ਲੱਗੇ ਬੜਾ ਚੰਗਾ ਕੀਤਾ, ਆਪਣਾ ਸੇਵਕ ਸਮਝ ਕੇ ਮੇਰੀ ਤਾੜਨਾ ਕੀਤੀ ਤੁਸੀਂ। ਹਾਂਜੀ, ਸੇਵਾ ਆਪਣੀ ਮੋਹਿ ਬਤਾਵੋ, ਕਰੋ ਸੋ ਤਤ ਛਿਨ ਰੋਸ ਹਟਾਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿਣ ਲੱਗੇ? ਮਹਾਰਾਜ ਕਹਿੰਦੇ ਰੋਸ ਦੂਰ ਕਰੋ, ਭੁੱਲ ਹੋ ਗਈ ਮੇਰੇ ਕੋ, ਹੁਣ ਕ੍ਰੋਧ ਛੱਡੋ, ਇਹ ਦੱਸੋ ਮੈਂ ਤੁਹਾਡੀ ਸੇਵਾ ਕੀ ਕਰਾਂ, ਸੇਵਾ ਕੀ ਕਰਾਂ। ਬੰਦਾ ਸੁਣਦਾ ਵੀ ਬੜਾ ਕੁਝ ਤੇ ਕਹਿੰਦਾ ਵੀ ਬੜਾ ਕੁਝ, ਪਰ ਮੰਨਦਾ ਨਹੀਂ ਜੀ। ਇਹ ਸਾਰਾ ਸਾਨੂੰ ਪੂਰਨਾ ਜੀ। ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਐ, ਪੈਰ ਤਿਨਾਂ ਦੇ ਚੁੰਮ। ਕਹਿੰਦੇ ਜਿਹੜੇ ਤੇਰੇ ਤੇ ਵਧੀਕੀਆਂ ਕਰ ਰਹੇ ਐ, ਤੂੰ ਪਲਟ ਕੇ ਉਹਨਾਂ ਤੇ ਵਧੀਕੀ ਨਾ ਕਰ, ਕੁਛ ਨਾ ਬੋਲ। ਜੋ ਮਰਜ਼ੀ ਕੋਈ ਨਿੰਦਾ ਕਰ ਲੇ, ਜੋ ਮਰਜ਼ੀ ਤੈਨੂੰ ਆਖੇ, ਕੁਝ ਨਾ ਬੋਲ। ਜਦੋਂ ਬੰਦਾ ਚੁੱਪ ਕਰ ਜਾਂਦਾ, ਭਜਨ ਕਰਦਾ, ਫਿਰ ਰੱਬ ਬੋਲ ਪੈਂਦਾ ਜੀ। ਤੇ ਜਦੋਂ ਰੱਬ ਬੋਲ ਪੈਂਦਾ ਜੀ, ਫਿਰ ਰੱਬ ਦੇ ਤੇ ਦਸਤੂਰ ਹੀ ਵੱਖਰੇ। ਮਹਾਰਾਜ ਉਲਟਾ ਕਹਿਣ ਲੱਗ ਪਏ, ਅਜੇ ਰੱਬ ਨੇ ਬੋਲ ਪੈਣਾ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਸੇਵਾ ਦੱਸੋ ਮੈਨੂੰ, ਮੈਂ ਤੁਹਾਡੀ ਕਿਹੜੀ ਸੇਵਾ ਕਰਾਂ। ਹਾਂਜੀ, ਸੁਨ ਦਾਤੂ ਕਰ ਕ੍ਰੋਧ ਉਚਾਰਿਓ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਰ ਤੁਸੀਂ ਸੁਣੇ
ਗੁਰੂ ਅਮਰਦਾਸ ਜੀ ਨੇ ਕਿੰਨੀ ਨਿਮਰਤਾ ਵਾਲੇ ਬੋਲ ਬੋਲੇ ਜੀ। ਅਜੇ ਕਿ ਬਾਬੇ ਦਾਤੂ ਨੇ ਵਧੀਕੀ ਕੀਤੀ, ਮਹਾਰਾਜ ਨਿਮਰਤਾ ਵਾਲੇ ਬੋਲ ਬੋਲ ਰਹੇ। ਫਿਰ ਪੰਕਤੀ ਪੜਿਓ। ਸੁਨ ਦਾਤੂ ਕਰ ਕ੍ਰੋਧ ਉਚਾਰਿਓ। ਪਰ ਗੁਰੂ ਸਾਹਿਬ ਦੇ ਨਿਮਰਤਾ ਵਾਲੇ ਬੋਲ ਸੁਣੇ ਵੀ ਬਾਬੇ ਦਾਤੂ ਦਾ ਗੁੱਸਾ ਨਹੀਂ ਠੰਡਾ ਹੋਇਆ ਜੀ। ਹੋਰ ਗੁੱਸੇ ਵਿੱਚ ਆ ਕੇ ਬਾਬਾ ਦਾਤੂ ਜੀ ਕਹਿਣ ਲੱਗ ਪਏ, ਹਾਂਜੀ, ਇਹੋ ਕੈਸੇ ਤੈਂ ਡਿੰਬ ਪਸਾਰਿਓ। ਕਹਿੰਦੇ ਤੂੰ ਪਖੰਡ ਕਰ ਰਿਹਾ ਹੈ। ਮਹਾਰਾਜ ਨੂੰ ਕਹਿੰਦੇ, ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਹ ਮਹਾਰਾਜ ਦੀ ਨਿਮਰਤਾ ਨੂੰ ਵੀ ਝੂਠ ਕਹਿ ਰਹੇ ਜੀ। ਕਹਿੰਦੇ ਇਹ ਸਭ ਪਖੰਡ ਹੈ, ਝੂਠ ਹੈ। ਹਾਂਜੀ, ਗੁਰਤਾ ਗਾਦੀ ਹੈ ਹਮ ਪਾਹੀ। ਗੁਰਤਾ ਗੱਦੀ ਤੇ ਮੇਰੀ ਹੈ, ਸਾਡੇ ਕੋਲੋਂ ਤੁਸੀਂ ਪ੍ਰਾਪਤ ਕੀਤੀ ਹੈ। ਨਾਲੇ ਮੈਂ ਗੁਰਤਾ ਗੱਦੀ ਦਾ ਮਾਲਕ ਹੈਗਾ। ਕਹਿੰਦੇ ਹਾਂਜੀ, ਤੈਂ ਬਾਂਦੀ ਸਿਰ ਪਾਗ ਸੋ ਨਾਹੀ। ਤੁਹਾਡੇ ਸਿਰ ਦੇ ਤੇ ਕਿਸੇ ਨੇ ਨਹੀਂ ਪੱਗ ਬੰਨੀ। ਕਹਿੰਦੇ ਹਾਂਜੀ, ਸਭ ਨੇ ਮੁਝ ਕੋ ਪਾਗ ਬੰਧਾਈ। ਤੇ ਮੈਨੂੰ ਪੱਗ ਬੰਨੀ ਹੈ ਗੁਰਤਾ ਗੱਦੀ ਦੀ। ਹਾਂਜੀ, ਤੈਂ ਕੈਸੇ ਕਰ ਆਪ ਪੂਜਾਈ। ਤੇ ਤੁਸੀਂ ਆਪਣੀ ਕਿਵੇਂ ਪੂਜਾ ਕਰਾਉਣ ਲੱਗ ਪਏ। ਸੰਗਤ ਜੀ, ਗੁਰਤਾ ਗੱਦੀ ਪੱਗ ਦਾ ਤਾਂ ਵਿਸ਼ਾ ਹੀ ਨਹੀਂ ਹੈਗੀ ਜੀ। 10 ਮੀਟਰ ਕੱਪੜਾ ਕੋਈ ਬੰਨ੍ਹ ਲੇ, ਭਾਵੇਂ 20 ਮੀਟਰ ਬੰਨ੍ਹ ਲੇ, ਉਹਦੇ ਨਾਲ ਕੀ ਹੋਏਗਾ। ਗੱਲ ਤੇ ਗੁਰੂ ਹੋਣ ਦੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਮਤਲਬ ਗੁਰੂ ਸਾਹਿਬ ਦੇ ਨਿਮਰਤਾ ਵਾਲੇ ਬੋਲ ਸੁਣ ਕੇ ਨਾ ਤਾਂ ਵੀ ਬਾਬੇ ਦਾਤੂ ਨੇ ਆਪਣਾ ਗੁੱਸਾ ਨਹੀਂ ਛੱਡਿਆ ਜੀ। ਹਾਂਜੀ, ਗੁਰੂ ਭਇਓ ਤੂੰ ਆਪੇ ਆਪ। ਕਹਿੰਦੇ ਤੁਸੀਂ ਆਪੇ ਹੀ ਗੁਰੂ ਬਣ ਕੇ ਬਹਿ ਗਏ ਤੇ। ਹਾਂਜੀ, ਹਮੈ ਦੇਖ ਲਾਗਤ ਸੰਤਾਪ। ਤੇ ਸਾਨੂੰ ਵੇਖ ਵੇਖ ਹੁਣ ਤੁਹਾਨੂੰ ਦੁੱਖ ਹੁੰਦਾ। ਤੁਸੀਂ ਆਪੇ ਗੁਰੂ ਬਣ ਕੇ ਬਹਿ ਗਏ। ਤੇ ਇਸ ਤਰੀਕੇ ਨਾਲ ਬੜੇ ਬਚਨ ਕਹੇ ਜੀ ਉਹਨਾਂ, ਬੜੇ ਬਚਨ, ਬੜੀਆਂ ਭੈੜੀਆਂ ਭੈੜੀਆਂ ਗੱਲਾਂ। ਬਚਨ ਕਾਹਦੇ ਜੀ। ਹੁਣ ਮਹਾਰਾਜ ਸ਼ਾਂਤੀ ਵਰਤ ਰਹੇ ਹੈ, ਉਹ ਪੂਰਾ ਗੁੱਸਾ ਵਿਖਾ ਰਹੇ ਅੱਗੋਂ ਜੀ। ਹਾਂਜੀ, ਪਿਤਾ ਹਮਾਰੇ ਕਹਿ ਤੁਝ ਤਾਈ। ਤੇ ਬਾਬਾ ਦਾਤੂ ਕਹਿਣ ਲੱਗੇ, ਤੁਹਾਨੂੰ ਸਾਡੇ ਪਿਤਾ ਨੇ ਗੋਂਦਵਾਲ ਵਸਾਉਣ ਦੀ ਡਿਊਟੀ ਲਾਈ ਸੀ, ਜ਼ਿੰਮੇਵਾਰੀ ਲਾਈ ਸੀ ਬਸ। ਹਾਂਜੀ, ਨਗਰੀ ਗੋਇੰਦਵਾਲ ਬਸਾਈ। ਉਹ ਹੁਣ ਤੁਸੀਂ ਵਸਾ ਦਿੱਤੀ ਨਗਰੀ। ਹਾਂਜੀ, ਬੈਠਿਓ ਮਾਲਕ ਤਿਸ ਕੋ ਹੋਏ। ਪਰ ਹੁਣ ਤੇ ਤੁਸੀਂ ਮਾਲਕ ਹੀ ਬਣ ਕੇ ਉੱਥੋਂ ਦੇ ਬਹਿ ਗਏ ਹੋ। ਹੁਣ ਕੌਣ ਦੱਸੇ ਇਹ ਮਾਲਕੀ ਤੇ ਧੁਰ ਦਰਗਾਹ ਤੋਂ ਮਿਲੀ ਹੈ। ਇੱਕ ਛੱਡ ਕੇ 20 ਜ਼ੋਰ ਲਾ ਲੈਣਾ, ਇਹ ਮਾਲਕੀ ਨਹੀਂ ਦੂਰ ਹੋ ਸਕਦੀ ਜੀ। ਹਾਂਜੀ, ਹਮ ਕੋ ਨਹਿ ਜਾਣਿਓ ਕਿਤ ਕੋਏ। ਤੇ ਤੂੰ ਮਾਲਕ ਤੇ ਅਸੀਂ ਆ ਕਹਿਣ ਲੱਗੇ। ਤੁਸੀਂ ਤੇ ਸਾਡੇ ਤੋਂ ਬਾਅਦ ਵਿੱਚ ਆਏ, ਅਸੀਂ ਗੁਰੂ ਦੇ ਪੁੱਤਰ, ਪਹਿਲਾਂ ਦੇ ਗੁਰੂ ਘਰ ਵਿੱਚ, ਤੁਸੀਂ ਬਾਅਦ ਵਿੱਚ ਆਏ, ਬਾਅਦ ਚੋਂ ਆ ਕੇ ਮਾਲਕ ਬਣ ਗਏ। ਹਾਂਜੀ, ਅਬ ਸੇਵਾ ਕਛ ਨਹੀਂ ਹਮਾਰੀ। ਉਠ ਗਮਨ ਹੋ ਤੂਰਨ ਤਾ ਧਾਰੀ। ਤੇ ਇੱਥੋਂ ਉੱਠੋ ਤੇ ਚੁੱਪ ਕਰਕੇ ਚਲੇ ਜਾਓ। ਗੱਜ ਕੇ ਆਖੋ ਵਾਹਿਗੁਰੂ। ਹੁਣ ਸਾਡੇ ਘਰ ਕੋਈ ਆਵੇ ਜੀ, ਉਲਟਾ ਸਾਨੂੰ ਮਾਰ ਕੇ ਆਖੇ ਜਾਓ ਇੱਥੋਂ, ਅਸੀਂ ਜਾਵਾਂਗੇ ਜੀ? ਨਹੀਂ। ਪਰ ਗੁਰੂ ਸਾਹਿਬ ਦੀ ਨਿਮਰਤਾ ਵੇਖਿਓ। ਹਾਂਜੀ, ਸੁਨ ਕਰ ਸਭਾ ਨਾ ਬੋਲ ਸਕੈ ਹੈ। ਕਰਤ ਢੀਠਤਾ ਬਦਨ ਤਕ ਹੈ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਚੁੱਪ ਜੀ। ਮਹਾਰਾਜ ਨਾ ਕੋਈ ਬਚਨ ਨਹੀਂ ਕਰਦੇ। ਤੇ ਬਾਬਾ ਦਾਤੂ ਗੁੱਸੇ 'ਚ ਕਹਿੰਦਾ ਹੁਣ ਬੋਲਦੇ ਵੀ ਨਹੀਂ ਹੈਗੇ। ਹਾਂਜੀ, ਗੁਰ ਕੋ ਡਰ ਧਰ ਬੈਠ ਰਹੇ ਹੈ। ਭਲੇ ਬੁਰੇ ਕਿਸਹੂ ਨਾ ਕਹੇ ਹੈ। ਸੰਗਤ ਵੀ ਚੁੱਪ ਕਰਕੇ ਬੈਠੀ ਵੀ ਮਹਾਰਾਜ ਨਹੀਂ ਬੋਲ ਰਹੇ, ਗੁਰੂ ਸਾਹਿਬ ਨੇ ਸਾਨੂੰ ਇਸ਼ਾਰਾ ਕੀਤਾ। ਨਹੀਂ ਤੇ ਉਸੇ ਵੇਲੇ ਹੀ ਬਾਬੇ ਦਾਤੂ ਜੀ ਨੂੰ ਸਾਧ ਸੰਗਤ ਜੀ ਸੰਗਤ ਨੇ ਫੜ ਕੇ ਕੁਝ ਨਾ ਕੁਝ ਕਰਨਾ ਸੀ। ਕਿਉਂ? ਉਹ ਗੁਰੂ ਨੇ ਜੀ। ਪਰ ਸੰਗਤ ਵੀ ਸ਼ਾਂਤ ਰਹੀ ਗੁਰੂ ਸਾਹਿਬ ਕਰਕੇ ਜੀ। ਹੈ ਜੀ ਇੰਨੀ ਸ਼ਾਂਤੀ ਕਿਸੇ ਕੋਲ ਜੀ? ਬੰਦਾ ਐਵੇਂ ਹੀ ਆਪਣੀਆਂ ਗੱਲਾਂ ਵਧਾਈ ਬੈਠਾ, ਕਰੀ ਬੈਠਾ ਜੀ। ਆਹ ਵੇਖੀਏ ਗੁਰੂ ਸਾਹਿਬ ਕੀ ਕਰਨ ਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬਿਸਮਤ ਪਿਖ ਗੁਰ ਗੌਰ ਬਤਾਈ। ਹੋਰੇ ਪੁਰਖਨ ਕੀ ਹਰਵਾਈ। ਗੁਰੂ ਸਾਹਿਬ ਦੀ ਗੰਭੀਰਤਾ ਵੇਖ ਕੇ ਸਾਰੇ ਹੈਰਾਨ। ਇੰਨੀ ਸ਼ਾਂਤੀ, ਇੰਨੀ ਸ਼ਾਂਤੀ। ਤੇ ਬਾਬੇ ਦਾਤੂ ਦਾ ਹਲਕਾਪਨ ਵੇਖਣ ਦੇ ਵੀ ਇੰਨਾ ਗੁੱਸਾ ਇਹਦੇ ਅੰਦਰ, ਇੰਨਾ ਗੁੱਸਾ।
ਹਾਂਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਅਜੇ ਗੱਲਾਂ ਹੋ ਹੀ ਰਹੀਆਂ ਸੀਗੀਆਂ ਜੀ, ਤੇ ਸ਼ਾਮਾਂ ਪੈ ਗਈਆਂ ਤੇ ਸੂਰਜ ਡੁੱਬ ਗਿਆ ਜੀ। ਹਾਂਜੀ। ਸੰਧਿਆ ਭਈ ਤਿਮਰ ਗਨ ਛਾਇਓ, ਇੱਕਦਮ ਹਨੇਰਾ ਛਾ ਗਿਆ ਜੀ। ਹਾਂਜੀ। ਸਭ ਉਠ ਉਠ ਆਪਣੇ ਅਸਥਾਨਾ। ਗੁੱਸੇ ਵਿੱਚ ਬਾਬਾ ਦਾਤੂ ਇਹ ਗੱਲ ਕਹਿ ਕੇ ਚਲੇ ਗਏ ਵੀ ਇੱਥੋਂ ਚਲੇ ਜਾਓ। ਸੰਗਤਾਂ ਉੱਠ ਉੱਠ ਕੇ ਆਪਣੇ ਆਪਣੇ ਘਰ ਚਲੇ ਗਈਆਂ। ਵਿਚਾਰ ਕਰਦੇ ਦਾਤੂ ਨੇ ਚੰਗਾ ਨਹੀਂ ਕੀਤਾ। ਹਾਂਜੀ। ਮਤ ਬਿਸਮਤ ਹੋਏ ਕੀ ਨ ਪਿਆ ਨਾ। ਬਹੁਤ ਲੋਕ ਵੇਖ ਵੇਖ ਕੇ ਸੁਣ ਸੁਣ ਕੇ ਹੈਰਾਨ ਸਨ ਵੀ ਇਹ ਅੱਜ ਕੀ ਬਣ ਗਿਆ। ਇੰਨੀ ਜ਼ਿਆਦਾ ਸ਼ਾਂਤੀ, ਗੱਜ ਕੇ ਆਖੋ ਵਾਹਿਗੁਰੂ। ਇੰਨਾ ਜ਼ਿਆਦਾ ਧੀਰਜ। ਤੇ ਸੰਗਤ ਜੀ, ਜਿਉਂ ਜਿਉਂ ਤੁਸੀਂ ਨਾਮ ਜਪੋਗੇ ਤਿਉਂ ਤਿਉਂ ਧੀਰਜ ਵਧੇਗਾ ਜੀ। ਤੁਸੀਂ 5 ਮਿੰਟ ਲਾ ਲਓ ਜੀ। 5 ਮਿੰਟ ਘਰ ਵਿੱਚ ਬਹਿ ਕੇ ਨਾ ਲੱਕ ਸਿੱਧਾ ਕਰਕੇ ਪ੍ਰੇਮ ਨਾਲ ਨਾਮ ਜਪ ਕੇ ਵੇਖ ਲਿਓ, ਤੁਹਾਡਾ ਕਿਸੇ ਨਾਲ ਗੱਲਬਾਤ ਕਰਨ ਨੂੰ ਜੀ ਨਹੀਂ ਕਰੇਗਾ ਜੀ। ਕਿਉਂ? ਨਾਮ ਠੰਡਾ ਕਰ ਦਿੰਦਾ ਬੰਦੇ ਨੂੰ ਜੀ। ਕਲ ਤਾਤੀ ਠੰਡਾ ਹਰ ਨਾਉ। ਸੰਗਤਾਂ ਮਹਾਰਾਜ ਦੀ ਸ਼ਾਂਤੀ ਵੇਖ ਕੇ ਹੈਰਾਨ ਸਨ ਜੀ। ਹਾਂਜੀ। ਸ਼੍ਰੀ ਗੁਰ ਆਪਣੇ ਸੋਵਨ ਥਾਨ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆਪਣੇ ਨਿੱਜੀ ਅਸਥਾਨਾਂ ਤੇ ਚਲੇ ਗਏ ਜੀ। ਹਾਂਜੀ। ਜਾਏ ਬਿਰਾਜੇ ਕਿਰਪਾ ਨਿਧਾਨ। ਤੇ ਮਹਾਰਾਜ ਜਾ ਕੇ ਨਾ ਜੀ ਜਿਵੇਂ ਆਰਾਮ ਦੀ ਮੁਦਰਾ ਵਿੱਚ ਲੰਮੇ ਪੈ ਗਏ ਜੀ। ਬਜ਼ੁਰਗ ਸਰੀਰ ਗੁਰੂ ਅਮਰਦਾਸ ਜੀ ਦਾ, ਆਪ ਰੱਬ ਪਰਮੇਸ਼ਰ ਮਹਾਰਾਜ। ਹਾਂਜੀ। ਦਾਤੂ ਰਹਿਓ ਤਿਸੀ ਥਲ ਮਾਹੇ। ਬਾਬਾ ਦਾਤੂ ਗੋਂਦਵਾਲ ਸਾਹਿਬ ਚ ਰਿਹਾ ਜੀ ਵੀ ਮੈਂ ਅੱਜ ਭੇਜਣਾ ਉਹਨਾਂ ਨੂੰ ਇੱਥੋਂ। ਹਾਂਜੀ। ਕੁਛ ਸੇਵਕ ਜਿਹ ਸੰਗੀ ਆਹੇ। ਕੁਝ ਸੇਵਕ ਰਲ ਕੇ, ਦੋਸਤ ਮਿੱਤਰ ਆ ਗਏ ਜੀ ਉਹਨਾਂ ਦੇ, ਇਕੱਠੇ ਹੋ ਗਏ ਸਾਰੇ ਲੋਕ। ਹਾਂਜੀ। ਦੋਹਰਾ ਸ਼੍ਰੀ ਗੁਰ ਅਮਰ ਵਿਚਾਰਕ ਕਲਹਿ ਬੁਰੀ ਬਹੁ ਮਾਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਨ ਵਿੱਚ ਵਿਚਾਰ ਕਰਦੇ ਐ, ਕਲੇਸ਼ ਬਹੁਤ ਬੁਰੀ ਹੈ। ਸਿਆਣੇ ਪਤਾ ਕੀ ਕਹਿੰਦੇ ਜੀ? ਕਲੇ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਜਿੱਥੇ ਕਲੇਸ਼ ਹੋਵੇ ਨਾ ਜੀ, ਉੱਥੇ ਸਮਝੋ ਘੜਾ ਛੱਡ ਕੇ ਪਾਣੀ ਭੱਜ ਜਾਂਦਾ ਜੀ। ਪਾਣੀ ਵੀ ਘੜਾ ਛੱਡ ਕੇ ਭੱਜ ਜਾਂਦਾ ਜੀ। ਭਾਵ ਜਿਸ ਥਾਂ ਤੇ ਕਲੇਸ਼ ਹੋਏਗੀ ਉੱਥੇ ਬਰਕਤ ਨਹੀਂ ਹੋਏਗੀ ਜੀ। ਸ਼੍ਰੀ ਗੁਰ ਅਮਰ ਵਿਚਾਰ ਕੈ ਕਲਹਿ ਬੁਰੀ ਬਹੁ ਮਾਨ। ਮਹਾਰਾਜ ਨੇ ਵਿਚਾਰ ਕੀਤੀ, ਕਲੇਸ਼ ਬਹੁਤ ਬੁਰੀ ਹੈ। ਹਾਂਜੀ। ਨਿਸ ਆਦਿ ਮਹਿ ਨਿਕਸ ਕਰ ਵਹਿਰ ਕੀਨ ਪ੍ਰਸਥਾਨ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਵਿਚਾਰ ਕੀਤੀ, ਅਸੀਂ ਨਹੀਂ ਇੱਥੇ ਰਹਿਣਾ। ਅੱਧੀ ਰਾਤ ਨੂੰ ਕੋਈ ਸੇਵਾਦਾਰ ਨਹੀਂ ਲਿਆ, ਸਭ ਸੁੱਤੇ ਨੇ। ਤੇ ਸਤਿਗੁਰੂ ਸਾਰਿਆਂ ਨੂੰ ਸੁੱਤੇ ਸੁੱਤਿਆਂ ਹੀ ਛੱਡ ਕੇ ਚਲੇ ਗਏ ਜੀ। ਅੱਧੀ ਰਾਤ ਦਾ ਸਮਾਂ ਜੀ। ਹਾਂਜੀ। ਚੌਪਈ ਚਲੇ ਇਕਾਕੀ ਕਛੂ ਨਾ ਲੀਨਾ। ਕੱਲੇ ਹੀ ਮਹਾਰਾਜ ਤੁਰ ਪਏ, ਬਸਤਰ ਨਹੀਂ ਬਦਲੇ, ਚਿੱਟਾ ਦਸਤਾਰਾ ਚਿੱਟਾ ਚੋਲਾ, ਤੁਰ ਪਏ ਮਹਾਰਾਜ ਕੱਲੇ। ਹਾਂਜੀ। ਬਿਨ ਪਦ ਤਰਾਨ ਪਿਆਨੋ ਕੀਨਾ। ਇੱਥੋਂ ਤੱਕ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਨੇ ਜੋੜਾ ਵੀ ਨਹੀਂ ਪਹਿਨਿਆ ਜੀ। ਇੰਨੀ ਨਿਮਰਤਾ। ਹਾਂਜੀ। ਬਾਸਰ ਕੀ ਨਗਰੀ ਤੇ ਉਰੇ। ਬਾਸਰ ਕੇ ਮਹਾਰਾਜ ਦਾ ਪਿੰਡ ਹੈ ਜੀ। ਧੰਨ ਗੁਰੂ ਅਮਰਦਾਸ ਜੀ ਦਾ ਬਾਸਰ ਕੇ ਗਿੱਲਾਂ। ਇਹਦੇ ਤੋਂ ਥੋੜਾ ਜਿਹਾ ਪਹਿਲਾਂ ਹੀ ਜੀ। ਹਾਂਜੀ। ਸੁੰਦਰ ਅਵਨੀ ਤਹਾਂ ਨਿਹਰੇ। ਉੱਥੇ ਬੜੀ ਸੋਹਣੀ ਥਾਂ ਸੀ, ਰਾਤ ਦਾ ਸਮਾਂ ਜੀ, ਰਾਤ ਦਾ ਜੀ। ਮਹਾਰਾਜ ਨੇ ਉਹ ਥਾਂ ਵੇਖੀ ਜੀ, ਬੜੀ ਸੋਹਣੀ ਥਾਂ ਸੀਗੀ। ਹਾਂਜੀ। ਤੇਨੋ ਪਾਲਕੋ ਕੋਸ਼ਠ ਹੇਰਾ। ਉੱਥੇ ਨਾ ਇੱਕ ਗਵਾਲੇ ਦਾ ਕੋਠਾ ਸੀਗਾ ਜੀ। ਕੋਠਾ ਥੋੜਾ ਉੱਚਾ ਹੁੰਦਾ ਜੀ। ਉੱਚੀ ਥਾਂ ਤੇ ਜਿਹੜਾ ਬਣਿਆ ਹੋਵੇ ਉਹਨੂੰ ਵੀ ਕੋਠਾ ਕਹਿ ਦਿੰਦੇ ਆ। ਗਵਾਲਾ, ਗਾਵਾਂ ਜਿਨ੍ਹਾਂ ਨੇ ਰੱਖੀਆਂ ਹੁੰਦੀਆਂ ਉਹਨਾਂ ਨੂੰ ਗਵਾਲੇ ਕਹਿੰਦੇ ਆ।
ਗਵਾਲੇ ਦਾ ਕੋਠਾ ਸੀਗਾ ਜੀ। ਹਾਂਜੀ, ਤਿਸ ਦਰ ਪਰ ਲਿਖ ਕੀਨ ਬਸੇਰਾ। ਉਹਦੇ ਵਿੱਚ ਨਹੀਂ ਸੀ ਕੋਈ ਰਹਿੰਦਾ ਜੀ। ਗੋਇੰਦਵਾਲ ਸਾਹਿਬ ਤੋਂ ਤੁਰੇ ਤੇ ਬਾਸਰ ਕੇ ਆ ਗਏ ਮਹਾਰਾਜ ਜੀ। ਵੇਖੋ ਕਿੰਨਾ ਸਫ਼ਰ ਹੈ ਜੀ। ਰਾਤੋਂ ਰਾਤ ਚੱਲ ਕੇ ਮਹਾਰਾਜ ਆ ਗਏ ਜੀ। ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਜੀ। ਤਾਂ ਹੋਇਆ ਕਿ ਸਾਧ ਸੰਗਤ ਦੀ ਮਹਾਰਾਜ ਨੇ ਨਾ ਉਸ ਕੋਠੇ ਦੇ ਅੰਦਰ ਪ੍ਰਵੇਸ਼ ਕਰਕੇ ਬਾਹਰ ਇੱਕ ਗੱਲ ਲਿਖ ਦਿੱਤੀ ਜੀ। ਹਾਂਜੀ, ਇਸ ਦਰ ਨੋ ਜਰ ਇਸ ਦਰ ਜੋ ਨਰ ਕਰਹਿ ਉਪਾਰੇ। ਇਸ ਦਰਵਾਜ਼ੇ ਨੂੰ ਜਿਹੜਾ ਖੋਲੇਗਾ, ਸਤਿਗੁਰੂ ਜੀ ਨੇ ਦਰਵਾਜ਼ੇ ਉੱਤੇ ਲਿਖਤਾ ਵੀ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਤਿਸ ਕੇ ਗੁਰ ਨਹਿ ਸਿੱਖ ਹਮਾਰੇ। ਅਸੀਂ ਉਹਦੇ ਗੁਰੂ ਨਹੀਂ ਤੇ ਉਹ ਸਾਡਾ ਸਿੱਖ ਨਹੀਂ ਜੀ। ਹੁਣ ਕੌਣ ਹਿੰਮਤ ਕਰੇ ਜੀ। ਗੁਰੂ ਸਾਹਿਬ ਨੇ ਦਰਵਾਜ਼ੇ ਤੇ ਲਿਖਤਾ ਵੀ ਇਸ ਦਰਵਾਜ਼ੇ ਨੂੰ ਨਹੀਂ ਖੋਲਣਾ। ਜਿਹੜਾ ਖੋਲੇਗਾ ਅਸੀਂ ਉਹਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ। ਹਾਂਜੀ, ਲੋਕ ਪਰਲੋਕ ਦਉ ਨਹੀਂ ਖੋਵੈ। ਲੋਕ ਪਰਲੋਕ ਗਵਾ ਲੇਗਾ ਜੀ ਉਹ। ਇਸ ਲੋਕ 'ਚ ਬੁਰਾ ਹਾਲ, ਅਗਲੇ ਲੋਕ 'ਚ ਢੋਈ ਨਹੀਂ ਮਿਲੇਗੀ ਜੀ। ਹਾਂਜੀ, ਨਹੀਂ ਸਹਾਇਕ ਹਮ ਤਬ ਹੋਵੈ। ਅਸੀਂ ਉਹਦੀ ਸਹਾਇਤਾ ਹੀ ਨਹੀਂ ਕਰਨੀ, ਬਾਅਦ ਵਿੱਚ ਕਦੀ ਸਹਾਈ ਨਹੀਂ ਹੋਣਾ ਜੀ। ਜਿਹਦਾ ਗੁਰੂ ਹੀ ਉਹਦੇ ਤੋਂ ਨਫਾ ਹੋ ਜਾਏ, ਉਹਦਾ ਕੀ ਵਿਚਾਰੇ ਦਾ ਰਹਿ ਗਿਆ ਜੀ। ਹਾਂਜੀ, ਚਿਣਦਾਰ ਕੋ ਲਿਖ ਕੈ ਸੋ ਪਰਵੇਸ਼ੇ। ਤੇ ਇਸ ਤਰੀਕੇ ਨਾਲ ਕੋਠੇ ਉੱਤੇ ਮਹਾਰਾਜ ਨੇ ਲਿਖ ਦਿੱਤਾ ਜੀ, ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਪਦਮਾਸਨ ਕਰ ਸ੍ਰੀ ਗੁਰ ਬੈਸੇ। ਦਰਵਾਜ਼ਾ ਬੰਦ ਹੋ ਗਿਆ, ਕੋਠੇ ਤੇ ਲਿਖ, ਵਾਹਿਗੁਰੂ ਦਰਵਾਜ਼ੇ ਤੇ ਲਿਖ ਦਿੱਤਾ ਤੇ ਪਦਮ ਆਸਣ ਕਰਕੇ ਜੀ। ਪਦਮ ਆਸਣ ਹੁੰਦਾ ਜਦੋਂ ਚੌਂਕੜਾ ਮਾਰੀਏ ਤੇ ਆ ਦੋਵੇਂ ਚਰਨਾਂ ਦੀਆਂ ਤਲੀਆਂ ਜਿਹੜੀਆਂ ਤਾਂ ਨੂੰ ਹੋ ਜਾਣ ਨਾ ਜੀ, ਉਹਨੂੰ ਪਦਮ ਆਸਣ ਕਹਿੰਦੇ ਜੀ। ਐ ਮਹਾਰਾਜ ਸਿੱਧੇ ਬੈਠ ਗਏ, ਨੇਤਰ ਬੰਦ ਕਰ ਲਏ ਸਤਿਗੁਰੂ ਜੀ ਨੇ। ਰਾਤ ਦਾ ਸਮਾਂ ਜੀ। ਹਾਂਜੀ, ਛਾਪੇ ਤਹਾਂ ਨਹਿ ਜਾਣਹਿ ਕੋ। ਮਾਨੋ ਇੱਕ ਤਰੀਕੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਨਾ ਆਪਣੇ ਆਪ ਨੂੰ ਗੁਪਤ ਕਰ ਲਿਆ। ਗੱਜ ਕੇ ਆਖੋ ਵਾਹਿਗੁਰੂ। ਸਿਆਣੇ ਬੰਦੇ ਨਹੀਂ ਇਹਨਾਂ ਚੀਜ਼ਾਂ 'ਚ ਪੈਂਦੇ, ਉਹ ਗੁਪਤ ਹੋ ਜਾਂਦੇ ਜੀ। ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਗੁਪਤ ਕਰ ਲਿਆ ਜੀ। ਹਾਂਜੀ, ਨਿਜ ਸਰੂਪ ਮਹਿ ਥਿਤ ਬ੍ਰਿਤ ਹੋ। ਲੋ ਸਰੀਰ ਦੀ ਵੀ ਸੋਝੀ ਨਹੀਂ ਰਹੀ ਜੀ। ਨਿੱਜੀ ਸਰੂਪ ਵਿੱਚ ਧਿਆਨ ਟਿਕ ਗਿਆ ਮਹਾਰਾਜ ਦਾ, ਨਿੱਜੀ ਸਰੂਪ ਵਿੱਚ। ਹਾਂਜੀ, ਅਚਲ ਸਮਾਦ ਅਗਾਧ ਲਗੀ ਹੈ। ਇਸ ਤਰੀਕੇ ਦੀ ਸਮਾਧੀ ਮਹਾਰਾਜ ਨੇ ਲਾਲੀ ਵੀ ਸਰੀਰ ਦਾ ਅੰਗ ਵੀ ਨਹੀਂ ਕੋਈ ਹਿੱਲ ਰਿਹਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਬ੍ਰਹਮ ਸਰੂਪ ਆਨੰਦ ਪਗੀ ਹੈ। ਤੇ ਬ੍ਰਹਮ ਸਰੂਪ ਆਨੰਦ ਵਿੱਚ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਲੀਨ ਹੋ ਗਏ ਜੀ। ਹਾਂਜੀ, ਪ੍ਰਾਂਤ ਭਈ ਗੁਰ ਨਹਿ ਤਹਿ ਪਾਏ। ਪ੍ਰਾਤ ਭਈ ਗੁਰ ਨਹਿ ਤਹਿ ਪਾਏ। ਦਿਨ ਚੜ੍ਹਿਆ, ਰੋਜ਼ ਦੇ ਨੇਮ ਅਨੁਸਾਰ ਭਾਈ ਬੱਲੂ ਜੀ ਸਤਿਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਆ। ਮਹਾਰਾਜ ਨਿੱਜੀ ਧਿਆਨ 'ਚ ਟਿਕਦੇ ਆ। ਸੰਗਤਾਂ ਆਉਂਦੀਆਂ ਨੇ, ਕੀਰਤਨ ਹੁੰਦਾ ਹੈ, ਦੀਵਾਨ ਸਜਦੇ ਆ। ਭਾਈ ਬੱਲੂ ਜੀ ਸਤਿਗੁਰੂ ਜੀ ਨੂੰ ਲੱਭਣ, ਗੁਰੂ ਅਮਰਦਾਸ ਜੀ ਨੂੰ। ਹੁਣ ਮਹਾਰਾਜ ਆਪਣੇ ਆਸਣ ਤੇ ਨਹੀਂ ਹੈਗੇ ਜੀ। ਕਰਦਿਆਂ ਕਰਦਿਆਂ ਗੱਲ ਫੈਲ ਗਈ ਵੀ ਗੁਰੂ ਅਮਰਦਾਸ ਸਾਹਿਬ ਇੱਥੇ ਹੈਗੇ ਨਹੀਂ ਆ। ਹਾਂਜੀ, ਖੋਜਤ ਹੈ ਸਭ ਕਹਾਂ ਸਿਧਾਏ। ਉਹ ਲੋਕ ਕੋਈ ਇੱਧਰ ਵੇਖੇ, ਕੋਈ ਇੱਧਰ ਵੇਖੇ, ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਗੁਰੂ ਅਮਰਦਾਸ ਸਾਹਿਬ ਕਿੱਧਰ ਚਲੇ ਗਏ? ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਇਤ ਉਤ ਦੇਖ ਰਹੇ ਨਹਿ ਪਾਇਓ। ਇੱਧਰ ਉੱਧਰ ਲੱਭਿਆ, ਭਾਲ ਕੀਤੀ, ਪਰ ਪਿਆਰਿਓ ਗੁਰੂ ਅਮਰਦਾਸ ਸਾਹਿਬ ਮਿਲੇ ਨਹੀਂ ਕਿਸੇ ਨੂੰ ਜੀ। ਕਿੰਨੀ ਮਹਾਰਾਜ ਵਿੱਚ ਧੀਰਜਤਾ, ਕਿੰਨੀ ਨਿਮਰਤਾ। ਹਾਂਜੀ, ਸੁਨ ਕਰ ਦਾਤੂ ਔਰ ਹਰ ਖਾਇਓ। ਤੇ ਉਧਰੋਂ ਬਾਬੇ ਦਾਤੂ ਨੂੰ ਜਦੋਂ ਪਤਾ ਲੱਗਾ ਨਾ ਵੀ ਮਹਾਰਾਜ ਨਹੀਂ ਹੈਗੇ, ਚਲੇ ਗਏ, ਤੇ ਬਾਬਾ ਦਾਤੂ ਬੜਾ ਖੁਸ਼ ਜੀ, ਬੜਾ ਖੁਸ਼ ਹੋਵੇ ਜੀ ਉਹ। ਹਾਂਜੀ, ਗੁਰ ਕੀ ਵਸਤ ਸਕਲ ਅਪਨਾਈ। ਉਹਨੂੰ ਇਹ ਸੀ ਵੀ ਹੁਣ ਮੈਂ ਗੁਰੂ ਘਰ ਦੀਆਂ ਵਸਤੂਆਂ ਤੇ ਕਬਜ਼ਾ ਕਰ ਲੈਣਾ ਜੀ। ਸਾਰੀਆਂ ਵਸਤੂਆਂ ਤੇ ਕਬਜ਼ਾ ਕੀਤਾ ਜੀ ਉਹਨੇ। ਹਾਂਜੀ, ਵਸਤਰ ਬੇਭੂਖਨ ਤਨ ਪਹਿਰਾਈ। ਤੇ ਗੁਰੂ ਘਰ ਦੀਆਂ ਸੰਗਤਾਂ ਨੇ ਜਿਹੜੇ ਬਸਤਰ ਸਨ, ਹੋਰ ਸੰਗਤਾਂ ਨੇ ਵਸਤੂਆਂ ਗਹਿਣੇ ਲੈ ਕੇ ਆਂਦੇ ਸਨ, ਉਹ ਆਪਣੇ ਸਜਾ ਲਏ ਜੀ ਉਹਨੇ। ਹਾਂਜੀ, ਗੁਰਤਾ ਗਾਦੀ ਬੈਠ ਸਜਾਈ। ਜਿਸ ਗੱਦੀ ਤੇ ਗੁਰੂ ਅਮਰਦਾਸ ਸਾਹਿਬ ਬਹਿੰਦੇ ਸਨ ਨਾ, ਦਾਤੂ ਉੱਥੇ ਜਾ ਕੇ ਬੈਠ ਗਿਆ ਜੀ।
ਹਾਂਜੀ, ਕਰਤ ਪ੍ਰਤੀਖਨ ਕੋ ਚੱਲ ਆਈ। ਗੱਜ ਕੇ ਆਖੋ। ਵਾਹਿਗੁਰੂ। ਤੇ ਹੁਣ ਬਾਬਾ ਦਾਤੂ ਜੀ ਉਡੀਕਦੇ ਵੀ ਕੋਈ ਮੇਰੇ ਵੱਲ ਆਵੇ, ਪਰ ਕੋਈ ਆਇਆ ਹੀ ਨਹੀਂ ਜੀ। ਹਾਂਜੀ, ਨਹਿ ਸੰਗਤ ਤਿਸ ਨਿਕਟ ਗਈ ਹੈ। ਕੋਈ ਸੰਗਤ ਦਾ ਜੀ ਬਾਬੇ ਦਾਤੂ ਦੇ ਕੋਲ ਨਹੀਂ ਗਿਆ। ਚਾਹੀਦਾ ਵੀ ਹੈ ਸੰਗਤ ਜੀ, ਸਾਡੇ ਗੁਰੂ ਦੀ ਬੇਅਦਬੀ ਕਰਕੇ ਕੋਈ ਆਪ ਗੁਰੂ ਬਣ ਕੇ ਬਹਿ ਜੇ, ਸਿੱਖ ਉਹਦੇ ਮੱਥੇ ਵੀ ਨਹੀਂ ਲੱਗਦਾ ਜੀ। ਉਹਨੂੰ ਮੱਥਾ ਟੇਕਣ ਦੀ ਗੱਲ ਤੇ ਬੜੀ ਦੂਰ ਦੀ। ਜਿਹੜਾ ਸਤਿਗੁਰੂ ਦਾ ਨਹੀਂ, ਉਹ ਸਾਡਾ ਕੀ ਹੈਗਾ ਜੀ। ਹਾਂਜੀ, ਕਰੀ ਅਵਗਿਆ ਕੁਪਤ ਭਈ ਹੈ। ਸੰਗਤਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਕਪੱਤ ਕੀਤਾ ਸੀਗਾ, ਮਹਾਰਾਜ ਦੀ ਅਵਗਿਆ ਕੀਤੀ ਸੀਗੀ। ਹਾਂਜੀ, ਦੇਖ ਦੂਰ ਤੇ ਇਤ ਉਤ ਹੋਏ। ਹਾਂਜੀ, ਸਾਦਰ ਨਮਰ ਪਇਓ ਨਹਿ ਕੋਏ। ਪਰ ਬਾਬਾ ਦਾਤੂ ਗੱਦੀ ਤੇ ਬੈਠਾ ਸੋਚਣ ਦਿਆ ਕੋਈ ਮੇਰੇ ਕੋ ਆਏਗਾ, ਕੋਈ ਵੀ ਨਹੀਂ ਆਇਆ ਜੀ ਉਹਦੇ ਕੋਲ ਜੀ, ਕੋਈ ਵੀ ਨਹੀਂ ਆਇਆ ਜੀ। ਹਾਂਜੀ, ਦੁਖ ਹੈ ਦੇਖ ਕਰ ਸਿੱਖ ਮਹਾਨੇ। ਸਿੱਖ ਵੇਖ ਵੇਖ ਦੁਖੀ ਹੋਣ ਵੀ ਇੱਕ ਤੇ ਸਤਿਗੁਰੂ ਨਹੀਂ ਲੱਭ ਰਹੇ, ਦੂਜਾ ਗੁਰੂ ਸਾਹਿਬ ਦੀ ਗੱਦੀ ਤੇ ਇਹ ਬਹਿ ਗਿਆ। ਹਾਂਜੀ, ਕਿਆ ਇਨ ਕਰਿਓ ਲੋਭ ਉਰ ਠਾਨੇ। ਤੇ ਪਤਾ ਸੰਗਤ ਨੂੰ ਲੱਗ ਗਿਆ ਵੀ ਇਹਨੂੰ ਲਾਲਚ ਹੈਗਾ ਜੀ, ਚੀਜ਼ਾਂ ਦਾ, ਚੜਾਵੇ ਦਾ। ਇਹ ਇਹਨੇ ਲੋਭ ਚਾ ਕੇ ਕੀ ਕਰ ਲਿਆ। ਹਾਂਜੀ, ਨਿਜ ਨਿਜ ਥਾਨ ਰਹੇ ਸਭ ਬੈਸੇ। ਤਿਸ ਢਿਗ ਗਮਨਿਓ ਕੋਏ ਨਾ ਕੈਸੇ। ਆਪੋ ਆਪਣੇ ਥਾਂ ਤੇ ਸੰਗਤਾਂ ਘਰਾਂ 'ਚ ਬੈਠ ਗਈਆਂ, ਪਰ ਦਾਤੂ ਕੋਲ ਨਹੀਂ ਗਈਆਂ। ਸੰਗਤ ਜੀ, ਬੰਦਾ ਘਰ ਵਿੱਚ ਤੇ ਬਹਿ ਜੇ, ਪਖੰਡੀ ਕੋਲ ਨਾ ਜਾਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਘਰ ਵਿੱਚ ਤੇ ਬਹਿ ਜੇ। ਸੰਗਤਾਂ ਨਹੀਂ ਗਈਆਂ ਜੀ ਉਹਦੇ ਕੋਲ। ਹਾਂਜੀ, ਏਕਲ ਬੈਠ ਬਹੁਤ ਅਕੁਲਾਇਓ। ਅਰ ਸੰਗਤ ਕੇ ਉਰ ਨਹਿ ਪਾਇਓ। ਉਹ ਕੱਲਾ ਬੈਠਾ ਰਿਹਾ ਜੀ ਬਾਬਾ ਦਾਤੂ, ਤੇ ਕੱਲਾ ਬੈਠ ਕੇ ਵੀ ਦੁਖੀ ਹੋਇਆ ਵੀ ਮੈਂ ਤਾਂ ਕੀਤਾ ਹੀ ਚੜਾਵਾ ਆਏਗਾ, ਲੋਕ ਮੱਥਾ ਟੇਕਣਗੇ, ਤੇ ਮੈਂ ਗੁਰੂ ਨੂੰ ਭੇਜ ਵੀ ਦਿੱਤਾ, ਫਿਰ ਵੀ ਮੈਨੂੰ ਕੋਈ ਮੱਥਾ ਨਹੀਂ ਟੇਕਣ ਦਿਆ ਜੀ। ਅੰਦਰ ਕੁਝ ਹੋਣਾ ਚਾਹੀਦਾ, ਸਿਰ ਤੇ ਆਪੇ ਹੀ ਝੁਕ ਜਾਂਦਾ ਜੀ। ਹਾਂਜੀ, ਭਇਓ ਉਦਾਸ ਵਸਤ ਸਭ ਲੀਨੀ। ਬੇਸਰ ਲਾਦ ਸੋ ਤਿਆਰੀ ਕੀਨੀ। ਉਹ ਤਿਆਰ ਹੋਇਆ ਜੀ ਬਾਬਾ ਦਾਤੂ, ਵਸਤੂਆਂ ਇਕੱਠੀਆਂ ਕੀਤੀਆਂ ਵੀ ਮੈਂ ਖਡੂਰ ਸਾਹਿਬ ਚੱਲਦਾ। ਹਾਂਜੀ, ਸੰਧਿਆ ਸਮੇਂ ਚਲਿਓ ਦ੍ਰਿਸ਼ ਗ੍ਰਾਮੋ। ਸਾਰਾ ਦਿਨ ਸੰਗਤ ਦੀ ਗੁਰੂ ਸਾਹਿਬ ਦੇ ਸੰਗਤ ਦਰਸ਼ਨਾਂ ਲਈ ਬਿਲਕਦੀ ਰਹੀ, ਪਰ ਬਾਬੇ ਦਾਤੂ ਕੋਲ ਨਹੀਂ ਗਈ ਜੀ। ਸੰਗਤਾਂ ਤਰਸਦੀਆਂ, ਸਾਡੇ ਸੱਚੇ ਪਾਤਸ਼ਾਹ ਗਰੀਬ ਨਵਾਜ ਕਿੱਧਰ ਚਲੇ ਗਏ ਹਨ। ਉਧਰ ਬਾਬੇ ਦਾਤੂ ਨੇ ਸਮਾਨ ਬੰਨਿਆ ਤੇ ਤੁਰ ਪਿਆ ਜੀ। ਹਾਂਜੀ, ਕੁਛ ਸੇਵਕ ਸੰਗ ਜਾਏ ਸੋ ਧਾਮੋ। ਕੁਝ ਬੰਦੇ ਨਾਲ ਲੈ ਲਏ ਜੀ ਉਹਨੇ, 2-4 ਤੇ ਨਾਲ ਰਲ ਹੀ ਜਾਂਦੇ ਜੀ, ਗਲਤ ਬੰਦੇ ਦੇ ਨਾਲ ਵੀ ਰਲ ਜਾਂਦੇ ਜੀ। ਹਾਂਜੀ, ਮਗ ਮਹਿ ਨਿਸ਼ਾ ਭਈ ਤਮ ਛਾਇਓ। ਰਸਤੇ ਵਿੱਚ ਹਨੇਰਾ ਹੋ ਗਿਆ ਜੀ। ਹਾਂਜੀ, ਆਨ ਮਿਲੇ ਤਸਕਰ ਸਮੁਦਾਇਓ। ਗੱਜ ਕੇ ਆਖੋ ਵਾਹਿਗੁਰੂ। ਪਰ ਬਣਿਆ ਬਾਬੇ ਦਾਤੂ ਦਾ ਕੁਝ ਨਹੀਂ ਜੀ। ਜੋ ਲੁੱਟਿਆ ਸੀ ਰਸਤੇ 'ਚ ਚੋਰ ਪੈ ਗਏ ਜੀ, ਚੋਰ ਪੈ ਗਏ ਜੀ, ਸਭ ਖੋ ਕੇ ਲੈ ਗਏ ਜੀ ਉਹ। ਹਾਂਜੀ, ਭਾਜੇ ਦਾਸ ਲੂਟ ਸਭ ਲਿਓ। ਉਹ ਬਾਬੇ ਦਾਤੂ ਦੇ ਨਾਲ ਜਿਹੜੇ ਸੇਵਕ ਸੀ ਨਾ ਜੀ, ਉਹ ਭੱਜ ਗਏ ਜੀ, ਸਾਥ ਛੱਡ ਕੇ ਭੱਜ ਗਏ ਜੀ। ਪਹਿਲਾਂ ਇਹੋ ਪਾਲਟੀ ਭੱਜਦੀ ਜੀ ਸਾਰੀ ਜੀ। ਹਾਂਜੀ, ਹੋਏ ਸ਼ੂਸ਼ ਘਰ ਪਹੁੰਚਤ ਭਇਓ। ਬਾਬਾ ਦਾਤੂ ਖਾਲੀ ਹੱਥ ਆਪਣੇ ਘਰ ਤੁਰ ਪਿਆ। ਪਰ ਇੱਕ ਮੈਂ ਬੇਨਤੀ ਕਰਾਂ, ਗੁਰੂ ਅਮਰਦਾਸ ਜੀ ਦੀ ਇੱਕ ਘੋੜੀ ਸੀਗੀ ਜੀ, ਜਿਹਦੇ ਤੇ ਸੱਚੇ ਪਾਤਸ਼ਾਹ ਬੈਠ ਕੇ ਦੂਰ ਦੁਰਾਡੇ ਜਾਂਦੇ ਸਨ। ਉਹ ਘੋੜੀ ਵੀ ਲੈ ਕੇ ਜਾਣਾ ਚਾਹੁੰਦਾ ਸੀ ਬਾਬਾ ਦਾਤੂ, ਪਰ ਉਹ ਘੋੜੀ ਐਡੀ ਸਿਆਣੀ ਸੀ, ਉਹਨੇ ਬਾਬੇ ਦਾਤੂ ਨੂੰ ਆਪਣੇ ਤੇ ਬਹਿਣ ਹੀ ਨਹੀਂ ਦਿੱਤਾ ਜੀ। ਮੈਂ ਕਹਿੰਦਾ ਜਾਨਵਰ ਕਿੰਨਾ ਸਿਆਣਾ ਹੈ। ਉਹ ਗੁਰੂ ਸਾਹਿਬ ਤੋਂ ਸਿਵਾ ਆਪਣੇ ਉੱਤੇ ਕਿਸੇ ਨੂੰ ਚੜ੍ਹਨ ਨਹੀਂ ਦਿੰਦਾ, ਸਵਾਰੀ ਨਹੀਂ ਕਰਨ ਦਿੰਦਾ ਇੱਕ ਜਾਨਵਰ, ਤੇ ਬੰਦਾ ਗੁਰੂ ਤੋਂ ਬਗੈਰ ਦੂਜੇ ਨੂੰ ਆਪਣੇ ਦਿਲ 'ਚ ਥਾਂ ਕਿਉਂ ਦਿੰਦਾ ਹੈ। ਅਸੀਂ ਵੀ ਗੁਰੂ ਸਾਹਿਬ ਤੋਂ ਸਿਵਾ ਹੋਰ ਕਿਸੇ ਨੂੰ ਥਾਂ ਨਹੀਂ ਦੇਣੀ। ਹਾਂਜੀ, ਕਰਕੇ ਬਸਤਰ ਬੇਭੂਖਨ ਖੋਏ। ਹਾਂਜੀ,
ਹਤੀ ਲਾਤ ਤਿਸ ਮਹਿ ਦੁਖ ਹੋਏ। ਬਲਕਿ ਇੱਕ ਕੰਮ ਹੋਰ ਸ਼ੁਰੂ ਹੋ ਗਿਆ। ਉਹ ਪਤਾ ਕੀ, ਬਾਬੇ ਦਾਤੂ ਖਾਲੀ ਹੋ ਗਿਆ, ਸਾਰਾ ਸਮਾਨ ਲੁੱਟ ਲਿਆ ਚੋਰਾਂ ਨੇ, ਰਸਤੇ 'ਚ ਹੀ ਮਾਰ ਧਾੜ ਹੋ ਗਈ। ਜਦੋਂ ਘਰ ਆਇਆ ਨਾ, ਜਿਹੜੀ ਲੱਤ ਜਿਹੜੇ ਪੈਰ ਨਾਲ ਗੁਰੂ ਜੀ ਦੀ ਬੇਅਦਬੀ ਕੀਤੀ ਸੀ, ਉਸ ਲੱਤ ਵਿੱਚ ਬੜੀ ਤੇਜ਼ ਪੀੜ ਸ਼ੁਰੂ ਹੋ ਗਈ ਜੀ। ਬਸ ਹੁਣ ਉਹ ਕਈ ਸਾਲ ਉਹ ਪੀੜ ਹੀ ਨਹੀਂ ਹਟਣੀ ਜੀ ਇਹਨੂੰ। ਗੁਰੂ ਸਾਹਿਬ ਨੇ ਬਖਸ਼ਣਾ ਤਾਂ ਫਿਰ ਪੀੜ ਸਹੀ ਹੋਣੀ, ਉਹਨਾਂ ਚਿਰ ਉਹ ਪੀੜ ਨਹੀਂ ਸਹੀ ਹੋਣੀ ਜੀ। ਉਹ ਫਿਰ ਦੁੱਖ ਤੇ ਲੱਗਦਾ ਹੀ ਆ ਨਾ ਜੀ। ਉਧਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮਹਿਮਾ ਮਹਾਰਾਜ ਆਪ ਹੀ ਜਾਣਦੇ ਹੈ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ, ਫਿਰ ਦਾਸ ਖਿਮਾ ਮੰਗੇ। ਸਾਵਧਾਨ ਹੋ ਕੇ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ